ਉਹਨਾਂ ਨੂੰ ਇਹ ਸੀਗਾ ਕਿ ਮੇਰੀ ਬੇਟੀ ਡਾਕਟਰ ਬਣੇ, ਮੇਰੀ ਬੇਟੀ ਨੂੰ ਮੈਂ ਕੋਈ ਅਫਸਰ ਬਣਦਾ ਹੋਇਆ ਦੇਖਾਂ। ਬੜੀ ਸ਼ੌਕਿੰਗ ਨਿਊਜ਼ ਮੇਰੇ ਲਈ ਇਹ ਸੀਗੀ ਕਿ ਮੈਂ ਜਿਸ ਮਾਂ ਦੇ ਲਈ ਉਹ ਕਿੱਤਾ ਅਪਣਾਇਆ ਸੀਗਾ, ਮੇਰੀ ਫਾਈਨਲ ਈਅਰ ਚੱਲ ਰਿਹਾ ਸੀਗਾ ਤੇ ਮੇਰੀ ਇੰਟਰਨਸ਼ਿਪ ਲੱਗੀ ਹੋਈ ਸੀਗੀ ਤੇ ਜਦੋਂ ਮੇਰੇ ਮੰਮਾ ਨੂੰ ਥਰਡ ਅਟੈਕ ਆਇਆ। ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਕਿੱਤੇ ਦੇ ਵਿੱਚ ਹੁੰਨੇ ਆ ਤਾਂ ਤੁਹਾਨੂੰ ਬਹੁਤ ਵੱਡੀ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਆ। ਸਵੇਰੇ ਜਦੋਂ 5 ਵਜੇ ਮੈਨੂੰ ਆਵਾਜ਼ ਪਈ ਕਿ ਮੰਮਾ ਦਾ ਨਾਮ ਲੈ ਕੇ ਵੀ ਉਹਨਾਂ ਦੇ ਰਿਸ਼ਤੇਦਾਰ ਆ ਜਾਓ, ਤਾਂ ਮੈਨੂੰ ਫੀਲ ਹੋ ਗਿਆ ਵੀ ਨਹੀਂ, ਵੀ ਮੈਂ ਹਾਰ ਗਈ। ਕਹਿੰਦੇ ਤੂੰ ਲੜਿਆ ਨਾ ਕਰ ਤੇ ਤੂੰ ਹੁਣ ਮਾਂ ਬਣ ਜਾ ਤੇ ਮੈਨੂੰ ਵਾਅਦਾ ਕਰ ਵੀ ਤੂੰ ਇਹਨਾਂ ਦੀ ਮਾਂ ਬਣੂੰਗੀ। ਬਸ ਉਹ 2 ਸ਼ਬਦ ਸੀਗੇ ਜੋ ਮੇਰੀ ਮਾਂ ਦੇ ਮੇਰੇ ਨਾਲ ਸੀਗੇ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਕਾਸ਼ ਮੈਨੂੰ ਪਤਾ ਹੁੰਦਾ, ਕਾਸ਼ ਮੈਂ ਕੁਝ ਕਰ ਪਾਉਂਦੀ, ਪਰ ਉਹ ਕਾਸ਼ ਤਾਂ ਰਣਦੀਪ ਫਿਰ ਕਾਸ਼ ਹੀ ਰਹਿ ਜਾਂਦੀ ਹੈ। 1-2 ਵਾਰੀ ਮੈਂ ਆਪਣੇ ਆਪ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਿ ਮੈਂ ਮਰ ਜਾ, ਮੈਂ ਖਤਮ ਹੋ ਜਾ, ਕਿ ਮੈਂ ਟੁੱਟ ਚੁੱਕੀ ਸੀਗੀ। ਕਿਤੇ ਨਾ ਕਿਤੇ ਮੈਂ ਆਪਣੀ ਮਾਂ ਦੀ ਮੌਤ ਨੂੰ ਨਾ ਮੈਂ ਸਮਝਦੀ ਸੀਗੀ ਕਿ ਮੈਂ ਜ਼ਿੰਮੇਵਾਰ ਹਾਂ, ਕਿਉਂਕਿ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਰਿਸ਼ਤੇਦਾਰ, ਸਕੇ ਸੰਬੰਧੀ ਸਿਰਫ ਤੁਹਾਨੂੰ ਹੌਸਲਾ ਦੇਣ ਆਉਂਦੇ ਨੇ, ਤੁਹਾਡੇ ਨਾਲ ਕੋਈ ਨਹੀਂ ਬੈਠਦਾ ਵੀ ਬੱਚਿਓ ਤੁਸੀਂ ਰੋਟੀ ਖਾਧੀ ਕਿ ਨਹੀਂ ਖਾਧੀ, ਵੀ ਅਸੀਂ ਤੁਹਾਡੇ ਨਾਲ ਆ ਜਾਂ ਕਿੱਦਾਂ। ਇਹ ਸ਼ਬਦ ਮੈਨੂੰ ਕਿਸੇ ਨੇ ਨਹੀਂ ਕਿਹਾ। ਕੁੜੀ ਹੈ, ਕੁੜੀ ਦੀ ਜ਼ਿੰਮੇਵਾਰੀ ਹੈ, ਮੁੰਡੇ ਤਾਂ ਆਪੇ ਹੀ ਪਲ ਜਾਂਦੇ ਹੈ, ਮੁੰਡਿਆਂ ਦਾ ਕੀ ਹੈ, ਇਹਦੀ ਜ਼ਿੰਮੇਵਾਰੀ ਜ਼ਿਆਦਾ ਆ, ਇਹਦਾ ਵਿਆਹ ਕਰ ਦਿਓ। ਮੈਂ ਆਪਣੇ ਭਰਾਵਾਂ ਨੂੰ ਸੈੱਟ ਕਰਨਾ ਸੀਗਾ, ਪਰ ਉੱਥੇ ਹੀ ਕਹਿ ਲਓ ਕਿ ਸਮਾਜ ਦੇ ਕੁਐਸਚਨ ਜਿਹੜੇ ਸੀਗੇ ਮੇਰੇ ਫਾਦਰ ਸਾਹਿਬ ਦੀ ਰਾਤ ਦੀ ਨੀਂਦ ਉਡਾ ਦਿੰਦੇ ਸੀਗੇ। ਚੀਜ਼ ਪੈਂਦੀ ਆ ਦਿਲ ਦੇ ਵਿੱਚ ਕਿ ਮੇਰੀ ਮਾਂ ਹੁੰਦੀ ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਆਉਂਦੀ ਕਿ ਦੱਸੋ ਮੰਮਾ ਤੁਹਾਨੂੰ ਕੀ ਚਾਹੀਦਾ ਸੀ, ਜਾਂ ਮੈਂ ਕਦੀ ਇਕੱਲੀ ਕਮਰੇ ਦੇ ਵਿੱਚ ਮਾਂ ਦੀ ਫੋਟੋ ਫੜ ਕੇ ਬਹਿ ਜਾਂਦੀ ਹਾਂ ਅਤੇ ਮੈਂ ਆਪਣੇ ਗਿਲੇ ਸ਼ਿਕਵੇ ਕਰ ਲੈਂਦੀ ਹਾਂ। ਮੇਰੇ ਵੀ ਪਹਿਲਾਂ ਚਾਹ ਹੁੰਦੇ ਸੀਗੇ ਵਿਆਹ ਕਰਾਉਣਾ, ਫੋਟੋਆਂ ਸਿਲੈਕਟ ਕਰਨੀਆਂ। ਜਦੋਂ ਮੰਮਾ ਹੁੰਦੇ ਸੀਗੇ, ਮੰਮਾ ਨੇ ਕਹਿਣਾ ਆਪਾਂ ਤੇਰਾ ਵਿਆਹ ਕਰਨਾ, ਮੈਂ ਵੀ ਬਰਾਈਡਸ ਦੇਖਣੀਆਂ, ਹਾਂ ਇੱਦਾਂ ਸੋਹਣਾ ਲੱਗਦਾ ਆ, ਆਪਾਂ ਐਂ ਕਰੂੰਗੇ ਜਾਂ ਇੱਦਾਂ ਕਰੂੰਗੇ। ਪਰ ਉਹ ਚਾਹ ਹੁਣ ਨਹੀਂ ਹੈਗੇ। ਕਈ ਵਾਰੀ ਹੁੰਦਾ ਆ ਕਿ ਛੋਟੀ ਉਮਰ ਦੇ ਵਿੱਚ ਜਿਹੜੇ ਰਿਸ਼ਤੇ ਬਣਾਏ ਜਾਂਦੇ ਨੇ ਉਹ ਬਹੁਤ ਸਕਸੈਸਫੁਲ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਕਹਿੰਦੇ ਨੇ ਔਰਤ ਹੋਣਾ ਇੰਨਾ ਔਖਾ ਕਿ ਰੱਬ ਵੀ ਜਦੋਂ ਧਰਤੀ 'ਤੇ ਆਇਆ ਤਾਂ ਉਹ ਮਰਦ ਬਣ ਕੇ ਆਇਆ। ਔਰਤ ਕੁਰਬਾਨੀਆਂ ਕਰਦੀ ਹੈ, ਤਿਆਗ ਕਰਦੀ ਹੈ ਦੂਜਿਆਂ ਦੇ ਲਈ। ਜੇਕਰ ਅਸੀਂ ਆਪਣੇ ਇਤਿਹਾਸ 'ਤੇ ਝਾਤੀ ਮਾਰੀਏ ਤਾਂ ਔਰਤ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਇੱਕ ਲੰਮੀ ਚੌੜੀ ਲਿਸਟ ਸਾਨੂੰ ਮਿਲਦੀ ਹੈ। ਜੇਕਰ ਗੱਲ ਅਜੋਕੇ ਸਮਾਜ ਦੀ ਕਰੀਏ ਤਾਂ ਹਲੇ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਅਜਿਹੀਆਂ ਸਾਨੂੰ ਸੁਭਾਗੇ ਹੀ ਮਿਲ ਜਾਂਦੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੇ ਲੇਖੇ ਲਾਈ ਹੁੰਦੀ ਹੈ, ਆਪਣੇ ਪਰਿਵਾਰ ਤੋਂ ਕੁਰਬਾਨ ਕੀਤਾ ਹੁੰਦਾ ਖੁਦ ਨੂੰ। ਅਤੇ ਖਾਸ ਕਰਕੇ ਜਦੋਂ ਘਰ ਦੇ ਵਿੱਚ ਮਾਂ ਨਾ ਹੋਏ ਤਾਂ ਇੱਕ ਵੱਡੀ ਭੈਣ ਜੋ ਮਾਂ ਦਾ ਕਿਰਦਾਰ ਨਿਭਾਉਂਦੀ ਹੈ। ਜੀ ਹਾਂ, ਸਾਡੇ ਅੱਜ ਦੇ ਮਹਿਮਾਨ ਵੀ ਇੱਕ ਅਜਿਹੀ ਹੀ ਸ਼ਖਸੀਅਤ ਨੇ। ਖੁਦ ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਨੇ, ਬਤੌਰ ਕਮਿਊਨਿਟੀ ਹੈਲਥ ਆਫਿਸਰ ਉਹ ਇਸ ਵੇਲੇ ਸਰਕਾਰੀ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ, ਨਾਲ ਹੀ ਆਪਣੇ ਪਰਿਵਾਰ ਨੂੰ ਸੰਭਾਲ ਰਹੇ ਨੇ। ਦੂਜਿਆਂ ਦੀ ਸਿਹਤ ਦਾ ਧਿਆਨ ਰੱਖਣ ਵਾਲੀ ਇਹ ਕੁੜੀ, ਜਿਹਨੂੰ ਪਤਾ ਨਹੀਂ ਸਮਾਜ ਕਿੰਨੇ ਕੁ ਮਾਨਸਿਕ ਜ਼ਖਮ ਦਿੰਦਾ ਏ। ਅਸੀਂ ਗੱਲ ਕਰਾਂਗੇ, ਸਾਡੇ ਨਾਲ ਮੌਜੂਦ ਨੇ ਮੈਡਮ ਰਮਨਦੀਪ ਕੌਰ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਣਦੀਪ ਜੀ। ਕਿਵੇਂ ਹੋ? ਠੀਕ ਹਾਂ, ਤੁਸੀਂ ਦੱਸੋ? ਬਿਲਕੁਲ ਵਧੀਆ। ਰਮਨ, ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ ਦੇ ਬਾਰੇ 'ਚ ਦੱਸੋ, ਘਰ 'ਚ ਕੌਣ ਕੌਣ ਹੈ? ਅਸੀਂ ਰਣਦੀਪ ਜੀ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ, ਮਦਰ ਸੀਗੇ ਮੇਰੇ, ਉਹਨਾਂ ਦੀ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀਗੀ। ਮੇਰੇ ਫਾਦਰ ਸਾਹਿਬ ਨੇ, ਮੇਰੇ 2 ਛੋਟੇ ਬ੍ਰਦਰ ਨੇ, ਇੱਕ ਮੇਰੇ ਦਾਦੀ ਜੀ ਅਤੇ ਮੇਰੇ ਭਾਬੀ ਜੀ ਅਤੇ ਇੱਕ ਮੇਰੀ ਭਤੀਜੀ ਹੈ, ਅਤੇ ਜੋ ਕਿ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਮੇਰਾ ਛੋਟਾ ਬ੍ਰਦਰ ਮੇਰੇ ਤੋਂ ਉਹ ਕੈਨੇਡਾ ਦੇ ਵਿੱਚ ਹੈਗੇ ਆ,
ਫਿਲਹਾਲ ਅਸੀਂ ਹੁਣ ਇੱਕ ਮੇਰਾ ਛੋਟਾ ਭਰਾ, ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦੀ ਜੀ, ਅਸੀਂ ਚਾਰੋਂ ਫੈਮਿਲੀ ਦੇ ਵਿੱਚ ਰਹਿੰਦੇ ਹਾਂ। ਜੀ, ਤੁਸੀਂ ਨੌਕਰੀ ਪੇਸ਼ਾ ਹੋ, ਕੀ ਕਰ ਰਹੇ ਹੋ ਅੱਜ ਕੱਲ੍ਹ, ਕਿੱਥੇ ਹੈ ਡਿਊਟੀ? ਮੈਂ ਰਣਦੀਪ ਮੈਡਮ ਐਜ਼ ਆ ਕਮਿਊਨਿਟੀ ਹੈਲਥ ਆਫਿਸਰ ਮੈਂ ਜੌਬ ਦੇ ਵਿੱਚ ਹੈਗੀ ਹਾਂ। ਮੈਂ ਫਤਿਹਗੜ੍ਹ ਸਾਹਿਬ ਦੇ ਵਿੱਚ ਮੰਡੀ ਗੋਬਿੰਦਗੜ੍ਹ ਏਰੀਏ ਦੇ ਵਿੱਚ ਮੈਂ ਜੌਬ ਕਰਦੀ ਹੈਗੀ ਹਾਂ ਅਤੇ ਵਿਭਾਗ ਦੇ ਨਾਲ ਮੈਨੂੰ 8 ਸਾਲ ਹੋ ਗਏ ਨੇ ਜੁੜਿਆ। ਅਤੇ ਮੈਨੂੰ ਵਧੀਆ ਲੱਗਦਾ ਆ ਕਿ ਮੈਂ ਲੋਕਾਂ ਦੀ ਸੇਵਾ ਕਰਦੀ ਹਾਂ, ਉਹਨਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਦੀ ਹਾਂ। ਕਿਤੇ ਨਾ ਕਿਤੇ ਜਿਹੜੀ ਮੇਰੀ ਮਾਨਸਿਕ ਪਰੇਸ਼ਾਨੀ ਹੈ ਉਹ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਦੀਆਂ ਸਿਹਤ ਪੱਖੋਂ ਵੀ ਕਹਿ ਲਓ, ਉਹਨਾਂ ਦੀਆਂ ਮਾਨਸਿਕ ਪੱਖੋਂ ਵੀ ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਜਦੋਂ ਮੈਂ ਆਪਣੇ ਲੈਵਲ 'ਤੇ ਸੌਟ ਆਊਟ ਕਰਦੀ ਹਾਂ ਤਾਂ ਮੈਨੂੰ ਉਹ ਸੰਤੁਸ਼ਟੀ ਦਿੰਦੀ ਆ ਚੀਜ਼। ਜੀ ਰਮਨ, ਤੁਸੀਂ ਇਸ ਵੇਲੇ ਘਰ ਤੇ ਨੌਕਰੀ ਦੋਵੇਂ ਸੰਭਾਲ ਰਹੇ ਹੋ। ਤੁਹਾਡਾ ਜਿਵੇਂ ਤੁਸੀਂ ਕਮਿਊਨਿਟੀ ਹੈਲਥ ਆਫਿਸਰ ਹੋ ਤਾਂ ਸਾਨੂੰ ਦੱਸੋਗੇ ਕਿ ਇਹਦਾ ਕੰਮ ਕੀ ਹੁੰਦਾ ਹੈ? ਮੈਮ, ਕਮਿਊਨਿਟੀ ਹੈਲਥ ਆਫਿਸਰ ਇੱਕ ਜਿਹੜੀ ਪੋਸਟ ਹੈਗੀ ਹੈ, ਇਹ ਕਮਿਊਨਿਟੀ ਦੇ ਲੋਕਾਂ ਦੇ ਲਈ ਹੈਗੀ ਆ। ਜਿਵੇਂ ਸਾਰੇ ਹਸਪਤਾਲਾਂ ਦੇ ਵਿੱਚ ਆਪਾਂ ਚਲੇ ਜਾਂਦੇ ਹਾਂ, ਉੱਥੇ ਸਾਨੂੰ ਕੋਈ ਪ੍ਰੋਬਲਮ ਹੁੰਦੀ ਅਸੀਂ ਤਾਂ ਹੀ ਜਾਂਦੇ ਹਾਂ, ਬਟ ਜਦੋਂ ਕਮਿਊਨਿਟੀ ਦੇ ਵਿੱਚ, ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਸੇਵਾ ਪ੍ਰੋਵਾਈਡ ਕਰਦੇ ਹੋ ਲੋਕਾਂ ਨੂੰ, ਕਈ ਲੋਕਾਂ ਨੂੰ ਬਿਮਾਰੀ ਦਾ ਨਹੀਂ ਪਤਾ ਹੁੰਦਾ, ਜਿਨ੍ਹਾਂ ਨੂੰ ਸਾਡੇ ਥਰੂ, ਮੇਰੀ ਟੀਮ ਦੇ ਥਰੂ ਆਪਣੀ ਬਿਮਾਰੀ ਦਾ ਪਤਾ ਲੱਗਦਾ ਹੈਗਾ ਆ। ਕਈ ਪ੍ਰੋਬਲਮਸ ਹੁੰਦੀਆਂ ਨੇ, ਮਾਵਾਂ ਹੁੰਦੀਆਂ ਨੇ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਨੇ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਜ਼ਰੂਰਤ ਹੈਗੀ ਆ। ਤਾਂ ਅਸੀਂ ਉਹਨਾਂ ਦੀ ਇਸ ਚੀਜ਼ 'ਚ ਹੈਲਪ ਕਰਦੇ ਹਾਂ। ਜਿਵੇਂ ਕੋਈ ਵੀ ਬਿਮਾਰੀ ਦਾ ਮੌਸਮ ਆਉਂਦਾ ਆ, ਕੋਈ ਵੀ ਬਿਮਾਰੀ ਪੈਦਾ ਹੁੰਦੀ ਹੈ, ਤਾਂ ਉਹ ਅਸੀਂ ਪਿੰਡਾਂ ਦੇ ਵਿੱਚ ਸਭ ਤੋਂ ਮੇਨ ਜਿਹੜੀ ਪ੍ਰੋਬਲਮ, ਬਿਮਾਰੀ ਜਿਹੜੀ ਸਟਾਰਟ ਹੁੰਦੀ ਆ, ਉਹ ਪਿੰਡਾਂ 'ਚੋਂ ਸਟਾਰਟ ਹੁੰਦੀ, ਜਿੱਥੇ ਅਸੀਂ ਰਹਿੰਦੇ ਹਾਂ। ਹਸਪਤਾਲਾਂ ਦੇ ਵਿੱਚ ਅਸੀਂ ਬਾਅਦ ਵਿੱਚੋਂ ਜਾਂਦੇ ਹਾਂ, ਪਹਿਲਾਂ ਸਾਨੂੰ ਸਾਡੀ ਬਿਮਾਰੀ ਦਾ ਪਤਾ ਹੋਣਾ ਚਾਹੀਦਾ। ਤਾਂ ਸਾਡਾ ਕੰਮ ਐਜ਼ ਆ ਕਮਿਊਨਿਟੀ ਹੈਲਥ ਆਫਿਸਰ, ਅਸੀਂ ਲੋਕਾਂ ਦੀ ਉਹ ਬਿਮਾਰੀ ਦਾ ਪਤਾ ਲਗਾ ਕੇ ਉਹਨਾਂ ਨੂੰ ਦੱਸਦੇ ਹਾਂ। ਤਾਂ ਉਹਨਾਂ ਨੂੰ ਜਿੰਨਾ ਹੋ ਸਕਦਾ ਸਾਡੇ ਕੋਲ ਅਸੀਂ ਉਹਨਾਂ ਨੂੰ ਟਰੀਟ ਕਰਦੇ ਹਾਂ, ਤਾਂ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੱਡੇ ਹਸਪਤਾਲ ਦੇ ਵਿੱਚ ਸੇਵਾ ਲਈ ਭੇਜ ਦਿੰਦੇ ਹਾਂ। ਜੀ, ਤੁਸੀਂ ਇਸੇ ਖੇਤਰ ਦੇ ਵਿੱਚ ਆਉਣਾ ਕਿਉਂ ਚੁਣਿਆ? ਕੋਈ ਖਾਸ ਕਾਰਨ ਸੀ ਜਾਂ ਕਿ ਐਵੇਂ ਦਾ ਤੁਹਾਡੇ ਨਾਲ ਕੁਝ ਵਾਪਰਿਆ ਕਿ ਤੁਹਾਨੂੰ ਲੱਗਿਆ ਕਿ ਤੁਹਾਨੂੰ ਸਿਹਤ ਖੇਤਰ ਵਿੱਚ ਆਉਣਾ ਚਾਹੀਦਾ? ਰਣਦੀਪ ਜੀ, ਜੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੈਨੂੰ ਇੰਜੈਕਸ਼ਨ ਤੋਂ ਬਹੁਤ ਜ਼ਿਆਦਾ ਡਰ ਲੱਗਦਾ, ਅਤੇ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀ ਹੈਗਾ ਕਿ ਮੈਂ ਇਸ ਸਿਹਤ ਮਹਿਕਮੇ ਦੇ ਵਿੱਚ ਮੈਂ ਆਵਾਂਗੀ। 2008 ਦੇ ਵਿੱਚ ਮੇਰੇ ਮਦਰ ਨੂੰ ਫਸਟ ਅਟੈਕ ਆਇਆ ਸੀਗਾ, ਅਤੇ ਉਦੋਂ ਮੈਂ ਆਪਣੀ ਗ੍ਰੈਜੂਏਸ਼ਨ ਕਰ ਰਹੀ ਸੀਗੀ, ਅਤੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਸਾਈਡ 'ਤੇ ਆਵਾਂਗੀ। ਤਾਂ ਉਹ ਇੱਕ ਹਸਪਤਾਲ ਦੇ ਵਿੱਚ ਐਡਮਿਟ ਸੀਗੇ, ਅਤੇ ਉੱਥੇ ਸਟਾਫ ਨੇ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ। ਤਾਂ ਮੈਂ ਨਿੱਕੀ ਨਿੱਕੀ ਚੀਜ਼ ਉਹਨਾਂ ਨੂੰ ਪੁੱਛਦੀ ਹੁੰਦੀ ਸੀ, ਤਾਂ ਉਹਨਾਂ ਨੇ ਕਹਿਣਾ ਵੀ ਠੀਕ ਨੇ, ਤਾਂ ਮੈਂ ਉਹਨਾਂ ਦੀ ਗੱਲ 'ਤੇ ਵਿਸ਼ਵਾਸ ਕਰ ਲੈਂਦੀ ਸੀਗੀ। ਹੌਲੀ ਹੌਲੀ ਜਦੋਂ ਦੇਖਿਆ ਕਿ ਉਹ ਬਹੁਤ ਧਿਆਨ ਰੱਖ ਰਹੇ ਨੇ ਮੇਰੀ ਮਾਂ ਦਾ, ਹੈ ਨਾ, ਮੰਮਾ ਵੀ ਬਹੁਤ ਜ਼ਿਆਦਾ ਇੰਸਪਾਇਰ ਹੋਏ। ਤਾਂ ਉਸ ਟਾਈਮ ਮੈਂ ਸੋਚਿਆ ਕਿ ਇਹ ਪ੍ਰੋਬਲਮ ਤਾਂ ਮੇਰੇ ਘਰ ਦੇ ਕਿਸੇ ਵੀ ਮੈਂਬਰ 'ਤੇ ਆ ਸਕਦੀ ਆ। ਤਾਂ ਜੇ ਮੈਂ ਇਹੀ ਕੀਤਾ, ਆਪਣੇ ਡਰ ਤੋਂ ਦੂਰ ਹੋ ਕੇ ਮੈਂ ਕਿੱਤਾ ਅਪਣਾਵਾਂਗੀ, ਤਾਂ ਮੈਂ ਕਿਤੇ ਨਾ ਕਿਤੇ ਆਪਣੇ ਘਰਦਿਆਂ ਦੀ ਵੀ ਹੈਲਪ ਕਰਾਂਗੀ। ਸਭ ਤੋਂ ਮੇਨ ਮੈਂ ਆਪਣੀ ਮੰਮਾ ਦੀ ਹੈਲਪ ਕਰਾਂਗੀ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਮੇਰੀ ਬੇਟੀ ਡਾਕਟਰ ਬਣੇ, ਮੇਰੀ ਬੇਟੀ ਨੂੰ ਮੈਂ ਕੋਈ ਅਫਸਰ ਬਣਦਾ ਹੋਇਆ ਦੇਖਾਂ। ਤਾਂ ਮੈਂ ਉਹਨਾਂ ਦੀ ਜਿਹੜੀ ਖੁਆਇਸ਼ ਸੀਗੀ, ਫਿਰ ਮੈਂ ਉਸ ਟਾਈਮ ਆਪਣੀ ਗ੍ਰੈਜੂਏਸ਼ਨ ਨੂੰ ਵਿੱਚ ਛੱਡਿਆ। ਤਾਂ ਮੈਂ ਮੈਡੀਕਲ ਲਾਈਨ ਦੇ ਵਿੱਚ, ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਮੈਂ ਮੈਡੀਕਲ ਲਾਈਨ ਦੇ ਵਿੱਚ ਜਾਣਾ ਆ, ਤਾਂ ਮੈਨੂੰ ਉੱਧਰ ਲੈ ਕੇ ਜਾਓ। ਐਂਡ ਮੌਕੇ 'ਤੇ ਕੋਈ ਐਡਮਿਸ਼ਨ ਵੀ ਨਹੀਂ ਮਿਲ ਰਹੀ ਸੀਗੀ, ਤਾਂ ਬਹੁਤ ਮੁਸ਼ਕਿਲ ਨਾਲ ਕਹਿ ਲਓ ਮੈਂ ਇਸ ਕਿੱਤੇ ਦੇ ਵਿੱਚ ਆਉਣਾ ਸੀਗਾ, ਰੱਬ ਨੇ ਮੈਨੂੰ ਲੈ ਕੇ ਆਉਣਾ ਸੀਗਾ, ਤਾਂ ਮੈਂ ਇਸ ਕਿੱਤੇ ਦੇ ਵਿੱਚ ਆਈ। ਜੀ, ਮੈਂ ਮਾफ़ੀ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛ ਰਹੀ ਹਾਂ। ਤੁਸੀਂ ਕਿੰਨੇ ਵਰ੍ਹਿਆਂ ਦੇ ਸੀ ਜਦੋਂ ਤੁਹਾਡੇ ਮਦਰ ਐਕਸਪਾਇਰ ਹੋਏ? ਰਣਦੀਪ ਜੀ, ਮੈਂ ਉਦੋਂ 22 ਵਰ੍ਹਿਆਂ ਦੀ ਸੀਗੀ, 21 ਵਰ੍ਹਾ ਕੰਪਲੀਟ ਹੋ ਗਿਆ ਸੀ, 22ਵਾਂ ਸਾਲ ਮੇਰਾ ਚੱਲ ਰਿਹਾ ਸੀਗਾ। ਅਤੇ ਬੜੀ ਸ਼ੌਕਿੰਗ ਨਿਊਜ਼ ਮੇਰੇ ਲਈ ਇਹ ਸੀਗੀ ਕਿ ਮੈਂ ਜਿਸ ਮਾਂ ਦੇ ਲਈ ਉਹ ਕਿੱਤਾ ਅਪਣਾਇਆ ਸੀਗਾ, ਮੇਰੀ ਫਾਈਨਲ ਈਅਰ ਚੱਲ ਰਿਹਾ ਸੀਗਾ ਅਤੇ ਮੇਰੀ ਇੰਟਰਨਸ਼ਿਪ ਲੱਗੀ ਹੋਈ ਸੀਗੀ, ਤਾਂ ਜਦੋਂ ਮੇਰੇ ਮੰਮਾ ਨੂੰ 3rd ਅਟੈਕ ਆਇਆ, ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਨਹੀਂ, ਕਿਉਂਕਿ ਮੈਂ ਉਦੋਂ ਦਿਨ ਦੇ ਵਿੱਚ ਮੇਰੀ ਇੰਟਰਨਸ਼ਿਪ ਹੁੰਦੀ ਸੀ, ਨਾਈਟ ਮੇਰੀ ਸ਼ਿਫਟ ਹੁੰਦੀ ਸੀ,
ਮੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਮੈਂ ਟੈਨਸ਼ਨ ਕਰਾਂਗੀ। ਮੰਮਾ ਨੇ ਰੋਕਤਾ ਵੀ ਨਹੀਂ, ਉਹਦੀ ਪੜ੍ਹਾਈ ਖਰਾਬ ਹੋਏਗੀ, ਨਹੀਂ ਦੱਸਣਾ ਉਹਨੂੰ। ਪਰ ਜਦੋਂ ਐਂਡ ਮੌਕੇ 'ਤੇ ਆ ਕੇ ਡਾਕਟਰ ਸਾਹਿਬ ਨੇ ਜਵਾਬ ਦੇਤਾ ਕਿ ਤੁਸੀਂ ਕਿਤੇ ਹੋਰ ਲੈ ਜਾਓ, ਤਾਂ ਮੈਨੂੰ ਰਾਤ ਨੂੰ ਮੈਨੂੰ ਯਾਦ ਹੈ ਕਿ ਮੈਂ ਜੌਬ 'ਤੇ ਸੀਗੀ, 7 ਵਜੇ ਦਾ ਟਾਈਮ ਸੀਗਾ। ਮੈਨੂੰ ਮੇਰੇ ਫਾਦਰ ਸਾਹਿਬ ਦੀ ਕਾਲ ਆਉਂਦੀ ਆ ਵੀ ਇੱਦਾਂ ਮੰਮਾ ਤੇਰੇ ਕਾਫੀ ਬਿਮਾਰ ਹੋ ਗਏ ਅਤੇ ਮੈਂ ਚੰਡੀਗੜ੍ਹ ਲੈ ਕੇ ਜਾ ਰਿਹਾ ਉਹਨਾਂ ਨੂੰ। ਤਾਂ ਮੈਂ ਰਾਤ ਦਾ ਸਫ਼ਰ ਮੈਂ ਕਦੀ ਵੀ ਨਹੀਂ ਕੀਤਾ ਸੀਗਾ ਕਿ ਮੈਂ ਰਾਤ ਨੂੰ ਮੈਂ ਇਕੱਲੀ ਕਿਤੇ ਇੱਦਾਂ ਜਾਂਦੀ। ਉਹ ਪਹਿਲਾ ਦਿਨ ਸੀਗਾ ਕਿ ਮੈਂ ਉਸੇ ਟਾਈਮ ਜੌਬ ਤੋਂ ਛੁੱਟੀ ਲਈ, ਤਾਂ ਮੈਨੂੰ ਨਹੀਂ ਪਤਾ ਸੀ ਮੈਂ ਕਿਵੇਂ ਜਾਣਾ, ਕਿੱਦਾਂ ਕਰਨਾ। ਮੈਂ ਅੱਧੀ ਰਾਤ ਨੂੰ ਮੈਂ ਉੱਥੇ ਚੰਡੀਗੜ੍ਹ ਪਹੁੰਚ ਗਈ। ਮੰਮਾ ਨੂੰ ਲੱਭਾਂ, ਪਾਪਾ ਹੋਰੀ ਕਦੀ ਕਿਸੇ ਹੌਸਪੀਟਲ 'ਚ, ਕਿਉਂਕਿ ਜ਼ਿਆਦਾ ਸੀਰੀਅਸ ਸੀਗੇ, ਲੈ ਨਹੀਂ ਰਹੇ ਸੀਗੇ। ਰਾਤ ਨੂੰ 11 ਵਜੇ ਤੱਕ ਮੈਂ ਆਪਣੇ ਮੰਮਾ ਪਾਪਾ ਨੂੰ ਮਿਲੀ। ਤਾਂ ਉਦੋਂ ਮੈਂ ਉਹਨਾਂ ਦੀ ਸਿਚੁਏਸ਼ਨ ਦੇਖੀ। ਉਹ ਮੈਨੂੰ ਦੇਖ ਕੇ ਇੱਕਦਮ ਸ਼ੌਕ ਤਾਂ ਹੋ ਗਏ ਸੀਗੇ, ਕਿਉਂਕਿ ਉਹ ਬੇਹੋਸ਼ ਸੀਗੇ ਬਿਲਕੁਲ ਹੀ। ਪਰ ਉਹਨਾਂ ਨੂੰ ਕਹਿੰਦੇ ਨੇ ਮਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੱਚਾ ਕੋਲ ਆ ਗਿਆ, ਹੈ ਨਾ। ਉਹ ਇੱਕੋ ਦਮ ਥੋੜ੍ਹਾ ਠੀਕ ਜਿਹੇ ਲੱਗੇ ਮੈਨੂੰ, ਹੈ ਨਾ। ਫਿਰ ਉਸ ਟਾਈਮ ਉਹਨਾਂ ਨੂੰ ਮੈਂ ਐਡਮਿਟ ਕਰਾਇਆ ਹੌਸਪੀਟਲ ਦੇ ਵਿੱਚ। ਮੈਨੂੰ ਇਸ ਚੀਜ਼ ਦੀ ਨੌਲੇਜ ਸੀਗੀ ਉਸ ਟਾਈਮ। ਮੈਂ ਸੋਚਿਆ ਕਿ ਮੈਂ ਹੁਣ ਇਸ ਚੀਜ਼ 'ਚ ਹੈਗੀ ਹਾਂ। ਮੈਨੂੰ ਇਸ ਚੀਜ਼ ਦਾ ਕੌਨਫੀਡੈਂਸ ਸੀਗਾ ਕਿ ਮੈਂ ਆਪਣੀ ਮੰਮਾ ਨੂੰ ਬਚਾ ਲਵਾਂਗੀ। ਹੌਸਪੀਟਲ ਦੇ ਵਿੱਚ ICU 'ਚ ਉਹਨਾਂ ਨੂੰ ਐਡਮਿਟ ਕੀਤਾ। ਡਾਕਟਰਸ ਨਾਲ ਹਰ ਇੱਕ ਚੀਜ਼ ਡਿਸਕਸ ਹੁੰਦੀ ਸੀ ਮੇਰੀ, ਉਹਨਾਂ ਨੂੰ ਕੀ ਚਾਹੀਦਾ, ਕੀ ਪ੍ਰੋਬਲਮ ਹੋ ਰਹੀ ਹੈ, ਕਿਹੜੇ ਟੈਸਟ ਜ਼ਿਆਦਾ ਰੇਜ਼ ਨੇ, ਕਿਹੜਾ ਟੈਸਟ ਕਰਨਾ ਆ, ਕੀ ਪ੍ਰੋਬਲਮ ਆ ਰਹੀ ਹੈ, ਕੀ ਪ੍ਰੋਸੀਜਰ ਕਰਨਾ। ਇਸ ਚੀਜ਼ ਦੀ ਮੈਨੂੰ ਸਾਰੀ ਸਮਝ ਸੀਗੀ ਅਤੇ ਕਿਤੇ ਨਾ ਕਿਤੇ ਮੈਨੂੰ ਸੀਗਾ ਕਿ ਉਹ ਬਚ ਜਾਣਗੇ। ਪਰ ਲਾਸਟ ਐਂਡ ਦਾ ਮੂਮੈਂਟ ਕਿ ਮੈਂ ਉਹਨਾਂ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਹੋ ਗਈ। ਤਾਂ ਇੱਕ ਟਾਈਮ ਇਹ ਵੀ ਆਇਆ ਸੀਗਾ ਕਿ ਜਦੋਂ ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਹੁੰਦੇ ਆ ਤਾਂ ਤੁਹਾਨੂੰ ਬਹੁਤ ਵੱਡੀ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਆ। ਮੈਂ ਇੱਦਾਂ ਦੀ ਬਦਨਸੀਬ ਬੇਟੀ ਆ ਜਿਹਨੇ ਆਪਣੀ ਮਾਂ ਨੂੰ ਆਪਣੇ ਅੱਖਾਂ ਦੇ ਸਾਹਮਣੇ ਮਰਦਾ ਹੋਇਆ ਦੇਖਿਆ। ਲਾਸਟ ਉਹਨਾਂ ਦੇ ਪਾਈਪ ਪਈ ਹੋਈ ਸੀਗੀ ਗਲ ਦੇ ਵਿੱਚ ਅਤੇ ਉਹ ਬੋਲ ਨਹੀਂ ਸਕਦੇ ਹੁੰਦੇ ਸੀਗੇ, ਉਹਨਾਂ ਤੋਂ ਨਾ ਬੋਲ ਨਹੀਂ ਹੁੰਦਾ ਸੀਗਾ। ਤਾਂ ਪੜ੍ਹੇ ਲਿਖੇ ਸੀਗੇ, ਉਹ 10ਵੀਂ ਪਾਸ ਸੀਗੇ, ਕਿਉਂਕਿ ਉਹ ਜ਼ਿਆਦਾ ਪੜ੍ਹ ਨਹੀਂ ਸਕੇ ਸੀਗੇ। ਤਾਂ ਫਿਰ ਉਹਨਾਂ ਨੇ ਮੈਨੂੰ ਕੁਝ ਬੋਲਣ ਲਈ, ਮੈਨੂੰ ਚਾਹੁੰਦੇ ਸੀ ਕਿ ਮੈਨੂੰ ਕੁਝ ਬੋਲ ਕੇ ਦੱਸਣ। ਤਾਂ ਫਿਰ ਮੈਂ ਪੇਪਰ ਪੈਨ ਲੈਣਾ, ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਇੱਥੇ ਮੈਨੂੰ ਲਿਖ ਕੇ ਦਿਓ। ਉਹਨਾਂ ਨੇ ਨਿੱਕੀਆਂ ਨਿੱਕੀਆਂ ਗੱਲਾਂ, ਮੈਂ ਘਰ ਜਾਣਾ, ਮੇਰਾ ਦਿਲ ਨਹੀਂ ਲੱਗਦਾ, ਉਹ ਮੈਨੂੰ ਲਿਖ ਕੇ ਦੇਣਾ, ਤਾਂ ਮੈਂ ਉਹਨਾਂ ਨੂੰ ਬੂਸਟ ਅਪ ਕਰਨਾ। ਪਰ ਐਂਡ ਮੌਕੇ 'ਤੇ ਆ ਕੇ ਮਤਲਬ ਕਿ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਇਸ ਚੀਜ਼ ਦਾ ਮੈਨੂੰ ਉਸ ਟਾਈਮ ਬਹੁਤ ਜ਼ਿਆਦਾ ਧੱਕਾ ਲੱਗਾ ਕਿ ਮੇਰੀ ਅੱਖਾਂ ਦੇ ਸਾਹਮਣੇ ਜਦੋਂ ਸਵੇਰੇ 5 ਵਜੇ ਮੈਂ ਹੌਸਪੀਟਲ ਹੀ ਸੀਗੀ, ਮੈਂ ਅਤੇ ਮੇਰੇ ਫਾਦਰ ਸਾਹਿਬ ਹੌਸਪੀਟਲ 'ਚ ਹੀ ਰਹਿ ਰਹੇ ਸੀਗੇ, ਕਿਉਂਕਿ ਮੇਰੇ ਜਿਹੜੇ ਬ੍ਰਦਰ ਸੀਗੇ ਉਹ ਛੋਟੇ ਸੀਗੇ ਅਤੇ ਫਾਦਰ ਸਾਹਿਬ ਵੀ ਮੇਰੇ ਹਾਰਟ ਦੇ ਪੇਸ਼ੈਂਟ ਸੀਗੇ। ਤਾਂ ਮੈਂ ਕਹਿ ਲਓ ਇੱਕ ਵੱਡੇ ਬੱਚੇ ਦੀ ਜ਼ਿੰਮੇਵਾਰੀ ਮੈਨੂੰ ਉਸ ਟਾਈਮ ਮਹਿਸੂਸ ਹੋਈ ਕਿ ਮੈਂ ਵੱਡੀ ਹੋ ਗਈ ਹਾਂ। ਤਾਂ ਪਾਪਾ ਮੇਰੇ ਸਵੇਰ ਦਾ ਟਾਈਮ ਸੀਗਾ, ਪਾਪਾ ਮੇਰੇ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਣ, ਤਾਂ ਮੈਂ ਹੌਸਪੀਟਲ 'ਚ ਸੋ ਰਹੀ ਸੀਗੀ। ਮੈਨੂੰ ਨਾ ਇੱਕ ਅਜੀਬ ਜਿਹੀ ਫੀਲਿੰਗ ਆ ਰਹੀ ਸੀਗੀ ਸਵੇਰੇ ਹੀ, ਕਿਉਂਕਿ ਇੱਥੇ ਨੀਂਦ ਤਾਂ ਕਿੱਥੇ ਆਉਂਦੀ ਹੁੰਦੀ ਆ ਹਸਪਤਾਲਾਂ 'ਚ। ਸਵੇਰੇ ਜਦੋਂ 5 ਵਜੇ ਮੈਨੂੰ ਆਵਾਜ਼ ਪਈ ਕਿ ਮੰਮਾ ਦਾ ਨਾਮ ਲੈ ਕੇ ਵੀ ਉਹਨਾਂ ਦੇ ਰਿਸ਼ਤੇਦਾਰ ਆ ਜਾਓ, ਤਾਂ ਮੈਨੂੰ ਫੀਲ ਹੋ ਗਿਆ ਵੀ ਨਹੀਂ, ਵੀ ਮੈਂ ਹਾਰ ਗਈ। ਮੈਂ ਭੱਜ ਕੇ ਗਈ ICU ਦੇ ਵਿੱਚ। ਮੈਂ ਜਦੋਂ ਦੇਖਿਆ ਉਹ ਸਾਰੇ ਡਾਕਟਰ ਇਕੱਠੇ ਹੋਏ ਮੰਮਾ ਦੇ ਆਲੇ ਦੁਆਲੇ, ਮੈਨੂੰ ਕਹਿੰਦੇ ਵੀ ਤੁਸੀਂ ਬਾਹਰ ਜਾਓ। ਮੈਂ ਕਿਹਾ ਵੀ ਮੈਂ ਬਾਹਰ ਨਹੀਂ ਜਾਣਾ, ਮੈਂ ਵੀ ਇੱਕ ਮੈਡੀਕਲ ਪ੍ਰੋਫੈਸ਼ਨਲ ਹਾਂ, ਤੁਸੀਂ ਮੇਰੇ ਸਾਹਮਣੇ ਜੋ ਕਰਨਾ ਕਰੋ, ਮੈਨੂੰ ਕੋਈ ਪ੍ਰੋਬਲਮ ਨਹੀਂ, ਹੈ ਨਾ, ਮੇਰੀ ਮਾਂ ਨੂੰ ਬਚਾ ਲਓ, ਹੈ ਨਾ। ਪਰ ਉਹ ਫਿਰ ਵੀ ਕਹਿੰਦੇ ਤੁਸੀਂ ਬਾਹਰ ਜਾਓ। ਮੈਂ ਕਿਹਾ ਵੀ ਮੈਂ ਨਹੀਂ ਜਾਣਾ ਤਾਂ ਮੈਂ ਨਹੀਂ ਜਾਣਾ, ਤੁਸੀਂ ਮੇਰੇ ਸਾਹਮਣੇ ਹੀ ਕਰੋ ਜੋ ਕਰਨਾ। ਮੰਮਾ ਬਹੁਤ ਵੀਕ ਸੀਗੇ, ਤਾਂ ਉਹ ਕੋਈ ਪ੍ਰੋਸੀਜਰ ਵੀ ਨਹੀਂ ਕਰ ਪਾ ਰਹੇ ਸੀਗੇ। ਬਸ ਉਹਨਾਂ ਨੇ ਇੱਕ ਅੱਖ ਹੀ ਮੈਨੂੰ ਦੇਖਿਆ, ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ, ਤਾਂ ਸਿਰਫ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਵੀ ਤੂੰ ਲੜਿਆ ਨਾ ਕਰ, ਆਪਣੇ ਭਰਾਵਾਂ ਨਾਲ ਲੜਿਆ ਨਾ ਕਰ, ਕਿਉਂਕਿ ਮੈਂ ਨਾ ਬਹੁਤ ਲਾਡਲੀ ਹੁੰਦੀ ਸੀ ਮੰਮਾ ਦੀ, ਬਹੁਤ ਲੜਦੀ ਸੀਗੀ, ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਲੜ ਕੇ ਬਹਿ ਜਾਂਦੀ ਸੀ, ਰੁੱਸ ਜਾਂਦੀ ਸੀਗੀ। ਉਹਨਾਂ ਨੂੰ ਇਹੀ ਟੈਨਸ਼ਨ ਸੀਗੀ ਕਿ ਮੈਂ ਲੜੂੰਗੀ।
ਕਹਿੰਦੇ ਤੂੰ ਲੜਿਆ ਨਾ ਕਰ ਤੇ ਤੂੰ ਹੁਣ ਮਾਂ ਬਣ ਜਾ ਤੇ ਮੈਨੂੰ ਵਾਅਦਾ ਕਰ ਵੀ ਤੂੰ ਇਹਨਾਂ ਦੀ ਮਾਂ ਬਣੂੰਗੀ। ਤਾਂ ਉਸ ਟਾਈਮ ਮੈਂ ਵਾਅਦਾ ਕੀਤਾ ਕਿ ਮੈਂ ਮਾਂ ਬਣੂੰਗੀ ਇਹਨਾਂ ਦੀ, ਹੈ ਨਾ। ਤੇ ਬਸ ਉਹ 2 ਸ਼ਬਦ ਸੀਗੇ ਜੋ ਮੇਰੀ ਮਾਂ ਦੇ ਮੇਰੇ ਨਾਲ ਸੀਗੇ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਉੱਥੇ ਹੀ ਕਹਿ ਲਓ ਕਿ ਜੋ ਮੈਂ ਸੁਪਨਾ ਦੇਖਿਆ ਸੀਗਾ, ਹਜੇ ਜਿਹੜਾ ਮੇਰਾ ਕੈਰੀਅਰ ਸਟਾਰਟ ਵੀ ਨਹੀਂ ਹੋਇਆ ਸੀਗਾ, ਉੱਥੇ ਹੀ ਮੈਂ ਆਪਣਾ ਸਭ ਕੁਝ ਖਤਮ ਕਰ ਦਿੱਤਾ ਕਿ ਮੈਂ ਆਪਣੀ ਮਾਂ ਨੂੰ ਨਹੀਂ ਬਚਾ ਸਕੀ ਤਾਂ ਮੈਂ ਲੋਕਾਂ ਨੂੰ ਕਿਵੇਂ ਬਚਾਵਾਂਗੀ। ਵੀ ਮੇਰੇ 'ਚ ਐਬਿਲਿਟੀ ਹੈ ਹੀ ਨਹੀਂ, ਮੈਂ ਕੁਝ ਨਹੀਂ ਕਰ ਸਕਦੀ। ਕਿ ਮੈਂ ਆਪਣੀ ਮਾਂ ਨੂੰ ਨਹੀਂ ਬਚਾ ਸਕੀ, ਮੈਂ ਕੁਝ ਵੀ ਨਹੀਂ ਕਰ ਸਕਦੀ। ਤਾਂ ਮੈਂ ਸਭ ਕੁਝ ਛੱਡ ਕੇ ਉਸ ਟਾਈਮ, ਉਹ ਟਾਈਮ ਬਹੁਤ ਔਖਾ ਸੀਗਾ ਮੇਰੇ 'ਤੇ, ਜਦੋਂ ਮੈਨੂੰ ਲੱਗਾ ਕਿ ਬਸ ਖਤਮ ਹੈ ਸਭ ਕੁਝ। ਤਾਂ ਮੇਰੇ 'ਚ ਹਿੰਮਤ ਨਹੀਂ ਸੀ ਮੈਂ ਆਪਣੀ ਮੰਮਾ ਦੇ ਕੋਲ ਜਾ ਕੇ ਉਹਨਾਂ ਨੂੰ ਦੁਬਾਰਾ ਦੇਖ ਸਕਾਂ। ਮੈਂ ਆਪਣੇ ਫਾਦਰ ਸਾਹਿਬ ਨੂੰ ਫ਼ੋਨ ਕੀਤਾ, ਇੱਕ ਨਾ ਹਿੰਮਤ ਜੀ ਆ ਗਈ ਮੇਰੇ ਵਿੱਚ ਉਸੇ ਟਾਈਮ। ਰੋਣਾ ਆ ਰਿਹਾ ਸੀਗਾ ਬਟ ਉਹ ਅੱਖਾਂ ਦੇ ਵਿੱਚੋਂ ਨਹੀਂ ਨਿਕਲ ਰਿਹਾ ਸੀਗਾ, ਬਟ ਉਹ ਹਿੰਮਤ ਅੰਦਰ ਹੀ ਅੰਦਰ, ਪਤਾ ਨਹੀਂ ਵਾਹਿਗੁਰੂ ਨੇ ਮੈਨੂੰ ਕੀ ਹਿੰਮਤ ਦੇਤੀ ਉਸ ਟਾਈਮ ਕਿ ਮੈਂ ਫਾਦਰ ਸਾਹਿਬ ਨੂੰ ਫ਼ੋਨ ਕੀਤਾ, ਉਹ ਫਟਾਫਟ ਆਏ। ਤਾਂ ਉਹ ਹਾਰਟ ਪੇਸ਼ੈਂਟ ਨੇ, BP ਦੇ ਪੇਸ਼ੈਂਟ ਨੇ, ਉਹਨਾਂ ਦਾ BP ਬਹੁਤ ਜ਼ਿਆਦਾ ਵੱਧ ਗਿਆ। ਥੋੜ੍ਹਾ ਗੁੱਸੇ 'ਚ ਆ ਗਏ ਹੌਸਪੀਟਲ ਦੇ ਵਿੱਚ, ਹੈ ਨਾ, ਵੀ ਤੁਸੀਂ ਖਿਆਲ ਨਹੀਂ ਰੱਖਿਆ ਜਾਂ ਕਿੱਦਾਂ। ਮੈਂ ਉਹਨਾਂ ਨੂੰ ਵੀ ਸੰਭਾਲ ਰਹੀ ਸੀਗੀ। ਫਿਰ ਉੱਥੇ ਪਿੱਛੇ ਮੇਰੇ ਭਰਾ ਸੀਗੇ ਛੋਟੇ, ਜਿਹੜੇ ਤਿਆਰੀ ਕਰ ਰਹੇ ਸੀਗੇ ਕਿ ਮਾਂ ਨੂੰ ਮਿਲਣ ਦੀ। ਮੇਰਾ ਛੋਟਾ ਬ੍ਰਦਰ ਹੈ, ਉਦੋਂ 17 ਸਾਲ ਦਾ ਸੀਗਾ। ਉਹਨੂੰ ਅਸੀਂ ਨਾ ਹੌਸਪੀਟਲ ਲੈ ਕੇ ਨਹੀਂ ਆ ਰਹੇ ਸੀਗੇ ਕਿਉਂਕਿ ਮੰਮਾ ਦੇ ਟਰਕੋਸਟਮੀ ਹੋਈ ਸੀਗੀ, ਵੈਂਟੀਲੇਟਰ 'ਤੇ ਸੀਗੇ, ਪਾਈਪ ਪਏ ਹੋਏ ਸੀਗੇ, ਕਿਉਂਕਿ ਸਾਨੂੰ ਇਹ ਸੀਗਾ ਕਿ ਉਹ ਡਰ ਜਾਊਗਾ। ਅਸੀਂ ਦੋਨੋਂ, ਮੇਰੇ ਤੋਂ ਇੱਕ ਛੋਟਾ ਬ੍ਰਦਰ ਆ, ਉਹ ਥੋੜ੍ਹਾ, ਅਸੀਂ ਦੋਨੋਂ ਮੈਚਿਓਰ ਸੀਗੇ। ਤਾਂ ਜਿਹੜਾ ਬਿਲਕੁਲ ਸਾਡੇ ਤਿੰਨਾਂ ਤੋਂ ਛੋਟਾ, ਉਹ ਸਾਨੂੰ ਸੀਗਾ ਵੀ ਇਹ ਡਰ ਨਾ ਜਾਵੇ। ਤਾਂ ਉਹ ਜਿੱਦ ਕਰਦਾ ਸੀ ਕਿ ਮਿਲਣਾ। ਉਹ ਤਿਆਰ ਹੋ ਰਹੇ ਸੀ ਘਰੇ। ਤਾਂ ਮੈਂ ਘਰ ਆਪਣੇ ਫ਼ੋਨ ਕੀਤਾ, ਮੈਂ ਕਿਹਾ ਵੀ ਤੁਸੀਂ ਦੱਸਿਓ ਨਾ, ਵੀ ਕੋਈ ਆਇਓ ਵੀ ਨਾ ਕਿ ਮੈਂ ਹੀ ਆ ਰਹੀ ਹਾਂ। ਉਸ ਟਾਈਮ ਐਂਬੂਲੈਂਸ ਕੀਤੀ, ਮੰਮਾ ਨੂੰ ਗੱਡੀ 'ਚ ਮੈਂ ਲੈ ਕੇ ਗਈ, ਪਾਪਾ ਨੂੰ ਵੀ ਸੰਭਾਲਿਆ। ਤੇ ਰਸਤੇ 'ਚ ਜਾਂਦੀ ਜਾਂਦੀ ਮਾਂ ਮੇਰੇ ਕੋਲ ਪਈ ਹੈ ਐਂਬੂਲੈਂਸ ਦੇ ਵਿੱਚ, ਮੈਂ ਉਹਦੇ ਨਾਲ ਸਾਈਡ ਦੀ ਸੀਟ 'ਤੇ ਬੈਠੀ ਹਾਂ। ਮਨ 'ਚ ਨਾ ਬਹੁਤ ਸਵਾਲ ਚੱਲ ਰਹੇ ਸੀਗੇ ਕਿ ਮੈਂ ਹੁਣ ਕਿਵੇਂ ਸੰਭਾਲਾਂਗੀ ਘਰ, ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ, ਹੈ ਨਾ। ਮਨ 'ਚ ਆਪਣੇ ਆਪ 'ਤੇ ਗੁੱਸਾ ਵੀ ਆ ਰਿਹਾ ਸੀਗਾ ਕਿਤੇ ਨਾ ਕਿਤੇ ਕਿ ਮੈਂ ਕਿਉਂ ਪੜ੍ਹਾਈ ਕਰਨ ਗਈ ਸੀਗੀ, ਮੈਂ ਆਪਣੀ ਮਾਂ ਦੇ ਕੋਲ ਕਿਉਂ ਨਹੀਂ ਰਹੀ। ਕਾਸ਼ ਮੈਨੂੰ ਪਤਾ ਹੁੰਦਾ, ਕਾਸ਼ ਮੈਂ ਕੁਛ ਕਰ ਪਾਉਂਦੀ। ਪਰ ਉਹ ਕਾਸ਼ ਤਾਂ ਰਣਦੀਪ ਫਿਰ ਕਾਸ਼ ਹੀ ਰਹਿ ਜਾਂਦੀ ਹੈ। ਜਦੋਂ ਘਰ ਲੈ ਕੇ ਆਏ ਤਾਂ ਮੈਨੂੰ ਮੇਰੇ ਭਰਾਵਾਂ ਦੀ ਜੋ ਕਿ ਹਾਲਤ ਸੀਗੀ, ਮੇਰੇ ਫਾਦਰ ਦੀ ਜੋ ਹਾਲਤ ਸੀਗੀ, ਉਹ ਮੈਂ ਬਿਆਨ ਨਹੀਂ ਕਰ ਸਕਦੀ। ਪਰ ਉੱਥੇ ਮੈਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪਿਆ ਵੀ ਨਹੀਂ, ਵੀ ਹੁਣ ਨਹੀਂ। ਟਾਈਮ ਨਿਕਲਿਆ, ਕਿਤੇ ਨਾ ਕਿਤੇ ਕਹਿੰਦੇ ਤੁਹਾਡਾ, ਤੁਸੀਂ ਰੋਂਦੇ ਆ। ਮੈਂ ਪਹਿਲੇ ਦਿਨ ਤਾਂ ਆਪਣੇ ਆਪ ਨੂੰ ਬਹੁਤ ਮਜ਼ਬੂਤ ਕੀਤਾ ਨਾ। ਜਦੋਂ ਮਾਂ ਨੂੰ ਲੈ ਕੇ ਗਏ ਤਾਂ ਉਸ ਟਾਈਮ ਆਪਣੇ ਹੱਥਾਂ ਨਾਲ ਮੇਰੇ ਭਰਾ ਨੇ ਮੇਰੀ ਮਾਂ ਨੂੰ ਅੱਗ ਲਾਈ। ਕਹਿੰਦੇ ਜਿਹਨੇ ਤੁਹਾਨੂੰ ਜਨਮ ਦਿੱਤਾ ਉਹਨੂੰ ਤੁਸੀਂ ਅੱਗ ਲਾਉਣੀ ਬਹੁਤ ਵੱਡੀ ਗੱਲ ਹੁੰਦੀ ਆ, ਹੈ ਨਾ। ਅਸੀਂ ਆਪਣੇ ਸਾਹਮਣੇ ਆਪਣੀ ਮਾਂ ਨੂੰ ਇੱਦਾਂ, ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਸਾਡੇ ਨਾਲ ਇੱਦਾਂ ਕੁਛ ਹੋ ਜਾਊਗਾ। ਉਸ ਟਾਈਮ ਮੈਂ ਟੁੱਟ ਗਈ ਸੀਗੀ, ਹਾਰ ਗਈ। ਮੈਂ ਰੋਣਾ, ਮੈਨੂੰ ਕੁਛ ਨਹੀਂ ਪਤਾ ਹੁੰਦਾ ਸੀਗਾ ਵੀ ਮੈਂ ਕੀ ਕਰਨਾ। ਫਿਰ ਹੌਲੀ ਹੌਲੀ ਮੈਂ ਸੋਚਿਆ ਕਿ ਜੇ ਮੈਂ ਇੱਦਾਂ ਮੈਂ ਕਰੂੰਗੀ, ਮੇਰੇ ਫਾਦਰ ਸਾਹਿਬ ਨੂੰ ਜੇ ਕੁਛ ਹੋ ਗਿਆ ਤਾਂ ਅਸੀਂ ਤਾਂ ਅਨਾਥ ਹੋ ਜਾਵਾਂਗੇ, ਸਾਨੂੰ ਕਿਸੇ ਨੇ ਨਹੀਂ ਸਾਂਭਣਾ। ਫਿਰ ਉਹ ਮਾਂ ਦਾ ਵਾਅਦਾ ਵੀ ਯਾਦ ਆਉਂਦਾ ਸੀਗਾ ਕਿ ਮੈਂ ਇੱਕ ਵਾਅਦਾ ਕੀਤਾ ਆ। 1-2 ਵਾਰੀ ਮੈਂ ਆਪਣੇ ਆਪ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਿ ਮੈਂ ਮਰ ਜਾ, ਮੈਂ ਖਤਮ ਹੋ ਜਾ, ਕਿ ਮੈਂ ਟੁੱਟ ਚੁੱਕੀ ਸੀਗੀ। ਕਿਤੇ ਨਾ ਕਿਤੇ ਮੈਂ ਆਪਣੀ ਮਾਂ ਦੀ ਮੌਤ ਨੂੰ ਨਾ, ਮੈਂ ਸਮਝਦੀ ਸੀਗੀ ਕਿ ਮੈਂ ਜ਼ਿੰਮੇਵਾਰ ਹਾਂ ਕਿਉਂਕਿ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਮੈਨੂੰ ਸਭ ਦੱਸਦੇ ਸੀਗੇ ਡਾਕਟਰ ਵੀ ਮੈਂ ਨਹੀਂ ਬਚਾ ਸਕੀ। ਮੈਨੂੰ ਸਮਝ ਹੀ ਨਹੀਂ ਆਈ ਵੀ ਕੀ ਹੋ ਰਿਹਾ ਸੀਗਾ। ਤਾਂ ਉਹ ਟਾਈਮ ਬੜਾ ਮੁਸ਼ਕਲ ਸੀਗਾ ਆਪਣੇ ਭਰਾਵਾਂ ਨੂੰ ਸੰਭਾਲਣਾ। ਮੇਰਾ ਛੋਟਾ ਭਰਾ ਬਹੁਤ ਜ਼ਿਆਦਾ
ਸੈਂਸਿਟਿਵ ਸੀਗਾ, ਉਹਨੂੰ ਸੰਭਾਲਣਾ ਬਹੁਤ ਮੁਸ਼ਕਲ ਸੀਗਾ। ਪਰ ਮੈਂ ਫਿਰ ਆਪਣਾ ਦੁੱਖ ਸਾਈਡ ਤੇ ਰੱਖ ਦਿੱਤਾ ਕਿ ਮਾਂ ਤਾਂ ਵਾਪਸ ਆਣੀ ਨਹੀਂ, ਪਰ ਹੁਣ ਇਹਨਾਂ ਦੀ ਮਾਂ ਤਾਂ ਮੈਨੂੰ ਬਣਨਾ ਪੈਣਾ। ਮੇਰੀ ਮਾਂ ਤਾਂ ਹੁਣ ਚਲੇ ਗਈ ਆ, ਪਰ ਮੈਂ ਹੁਣ ਇਹਨਾਂ ਦੀ ਮਾਂ ਤਾਂ ਮੈਂ ਬਣ ਜਾਵਾਂ। ਫਿਰ ਉਸ ਦਿਨ ਤੋਂ ਮੇਰਾ ਜ਼ਿੰਦਗੀ ਦਾ ਮੋਟਿਵ ਸੀਗਾ ਕਿ ਮੈਂ ਆਪਣੇ ਭਰਾਵਾਂ ਦੀ ਜ਼ਿੰਦਗੀ ਸਵਾਰਨੀ ਆ, ਆਪਣੇ ਫਾਦਰ ਸਾਹਿਬ ਨੂੰ ਕਦੀ ਕੋਈ ਤਕਲੀਫ ਨਹੀਂ ਆਉਣ ਦੇਣੀ, ਆਪਣਾ ਘਰ ਬਣਾਉਣਾ। ਮੈਂ ਆਪਣੇ ਘਰ ਨੂੰ ਇੱਦਾਂ ਨਹੀਂ ਜਾਣ ਦੇਣਾ, ਕਿਉਂਕਿ ਜੇ ਮੈਂ ਉਸ ਟਾਈਮ ਰਣਦੀਪ ਨਾ ਮੈਂ ਸਟੈਂਡ ਲੈਂਦੀ, ਨਾ ਮੈਂ ਆਪਣੇ ਆਪ ਨੂੰ ਸੰਭਾਲਦੀ, ਜੇ ਮੈਂ ਰੋਂਦੀ ਰਹਿੰਦੀ, ਤਾਂ ਸ਼ਾਇਦ ਅੱਜ ਜੋ ਮੈਂ ਹੈਗੀ ਆ ਜਾਂ ਮੇਰੇ ਭਰਾ ਸਟੈਂਡ ਕਰ ਰਹੇ ਨੇ, ਉਹ ਕੁਝ ਵੀ ਨਹੀਂ ਹੋਣਾ ਸੀਗਾ। ਕਹਿੰਦੇ ਹੁੰਦੇ ਨਾ, ਰਿਸ਼ਤੇਦਾਰ ਸਕੇ ਸੰਬੰਧੀ ਸਿਰਫ ਤੁਹਾਨੂੰ ਹੌਸਲਾ ਦੇਣ ਆਉਂਦੇ ਨੇ, ਤੁਹਾਡੇ ਨਾਲ ਕੋਈ ਨਹੀਂ ਬੈਠਦਾ। ਮੇਰੀ ਮਾਂ ਦਾ ਭੋਗ ਸੀਗਾ, ਸਾਡੀ ਮਾਂ ਸੀਗੀ, ਪਰ ਅਸੀਂ ਆਓ ਭਗਤ ਕਰ ਰਹੇ ਸੀਗੇ ਲੋਕਾਂ ਦੀ। ਅਸੀਂ ਉਹਨਾਂ ਨੂੰ ਰੋਟੀਆਂ ਥਾਲੀਆਂ 'ਚ ਪਾ ਪਾ ਕੇ ਖਵਾ ਰਹੇ ਸੀਗੇ। ਉਹ ਚੀਜ਼, ਉਹ ਜਿਹੜਾ ਸਿਚੁਏਸ਼ਨ ਸੀ, ਉਹ ਮੈਨੂੰ ਬਹੁਤ ਪਿੰਚ ਕੀਤੀ ਕਿ ਕਿੱਥੇ ਸਾਨੂੰ ਬੁਲਾਰਨਾ ਚਾਹੀਦਾ, ਸਾਨੂੰ ਗੱਲ ਨਾਲ ਲਾਉਣਾ ਚਾਹੀਦਾ ਵੀ ਬੱਚਿਓ ਤੁਸੀਂ ਰੋਟੀ ਖਾਧੀ ਕਿ ਨਹੀਂ ਖਾਧੀ, ਵੀ ਅਸੀਂ ਤੁਹਾਡੇ ਨਾਲ ਆ ਜਾਂ ਕਿੱਦਾਂ। ਇਹ ਸ਼ਬਦ ਮੈਨੂੰ ਕਿਸੇ ਨੇ ਨਹੀਂ ਕਿਹਾ। ਮੈਂ ਸਭ ਦੀ ਆਓ ਭਗਤ ਵਿੱਚ ਲੱਗੀ ਹੋਈ ਸੀਗੀ, ਮੇਰੇ ਭਰਾ, ਮੇਰੇ ਡੈਡੀ। ਉਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਪਿੰਚ ਕਰ ਦਿੱਤਾ। ਤਾਂ ਮੈਂ ਕਹਿ ਲਓ ਕਿ ਮੈਂ ਸਭ ਤੋਂ ਦੂਰ ਹੋ ਗਈ। ਮੇਰੇ ਲਈ ਸਾਰੇ ਰਿਸ਼ਤੇ, ਸਾਰੇ ਨਾਤੇ ਮੇਰੇ ਲਈ ख़त्म ਹੋ ਗਏ ਉਸ ਟਾਈਮ, ਕਿ ਬਸ ਉਸ ਟਾਈਮ ਤੱਕ ਹੀ ਸੀਗੇ। ਉਸ ਤੋਂ ਬਾਅਦ ਮੇਰੇ ਲਈ ਮੇਰਾ ਪਰਿਵਾਰ, ਮੇਰੇ ਭਰਾ, ਮੇਰੇ ਪਾਪਾ ਮੇਰੀ ਜ਼ਿੰਦਗੀ ਸੀਗੀ। ਰਮਨ, 21-22 ਵਰਿਆਂ ਦੀ ਜਿਹੜੀ ਉਮਰ ਹੁੰਦੀ ਹੈ ਨਾ, ਆਮ ਪਰਿਵਾਰਾਂ ਦੇ ਵਿੱਚ ਉਸ ਵੇਲੇ ਤੱਕ ਜਿਵੇਂ ਘਰ ਦਾ ਪਹਿਲਾ ਬੱਚਾ ਸੀ ਤੁਸੀਂ, ਕੁੜੀਆਂ ਦੇ ਵਿਆਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੁਹਾਡੇ ਵੀ ਬਹੁਤ ਸਾਰੇ ਚਾਅ ਹੋਣੇ ਹੈ ਨਾ, ਤੁਹਾਡੇ ਵੀ, ਤੁਸੀਂ ਆਪਣੇ ਮੰਮੀ ਨਾਲ ਅਜਿਹੀਆਂ ਗੱਲਾਂ ਕਰਦੇ ਹੋਵੋਗੇ ਹੈ ਨਾ। ਤਾਂ ਅਚਾਨਕ ਜ਼ਿੰਦਗੀ ਨੇ ਇੱਕ ਕਰਵਟ ਲਈ ਅਤੇ ਤੁਸੀਂ ਆਪਣੀ ਮਾਂ ਨੂੰ ਕੀਤੇ ਵਾਅਦੇ ਦੇ ਲਈ ਤੁਸੀਂ ਇਹ ਫੈਸਲਾ ਲੈ ਲਿਆ ਕਿ ਮੈਂ ਆਪਣੇ ਭਰਾਵਾਂ ਨੂੰ ਪਹਿਲਾਂ ਜ਼ਿੰਦਗੀ 'ਚ ਸੈੱਟ ਕਰਨਾ। ਤੁਸੀਂ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਹੈ ਨਾ, ਪਰ ਸਾਡਾ ਸਮਾਜ, ਅਸੀਂ ਕਹਿੰਦੇ ਹਾਂ ਨਾ ਕਿ ਵੀ ਆਰੀ ਨੂੰ ਇੱਕ ਪਾਸੇ ਦੰਦੇ, ਸਮਾਜ ਨੂੰ ਦੋਵੇਂ ਪਾਸੇ ਹੈ ਨਾ। ਇੱਕ ਧੀ ਨੇ ਘਰ ਸੰਭਾਲ ਲਿਆ, ਇਹਨਾਂ ਦੇ ਘਰ 'ਚ ਕੁੜੀ ਦੀ ਮੁਖਤਿਆਰੀ ਚੱਲਦੀ ਹੈ। ਅਜਿਹੀਆਂ ਚੀਜ਼ਾਂ ਤੁਸੀਂ ਵੀ ਫੇਸ ਕੀਤੀਆਂ ਹੋਣਗੀਆਂ। ਰਣਦੀਪ ਜੀ, ਇਹ ਚੀਜ਼ਾਂ ਮੈਂ 10 ਸਾਲਾਂ ਤੋਂ ਫੇਸ ਕਰਦੀ ਆ ਰਹੀ ਹਾਂ। ਹੁਣ ਤਾਂ ਕਹਿ ਲਓ ਆਦਤ ਹੀ ਹੋ ਗਈ ਹੈ। ਜਦੋਂ ਮੰਮਾ ਇੱਦਾਂ ਹੋਏ ਸੀਗੇ ਤਾਂ 6 ਮਹੀਨੇ ਬਾਅਦ ਹੀ ਰੌਲਾ ਪੈਣਾ ਸਟਾਰਟ ਹੋ ਗਿਆ ਸੀਗਾ ਕਿ ਇਹਦਾ ਵਿਆਹ ਕਰ ਦਿਓ। ਕੁੜੀ ਹੈ, ਕੁੜੀ ਦੀ ਜ਼ਿੰਮੇਵਾਰੀ ਹੈ, ਮੁੰਡੇ ਤਾਂ ਆਪੇ ਹੀ ਪਲ ਜਾਂਦੇ ਹੈ, ਮੁੰਡਿਆਂ ਦਾ ਕੀ ਹੈ, ਇਹਦੀ ਜ਼ਿੰਮੇਵਾਰੀ ਜ਼ਿਆਦਾ ਆ, ਇਹਦਾ ਵਿਆਹ ਕਰ ਦਿਓ। ਫਾਦਰ ਸਾਹਿਬ ਨੂੰ ਬਹੁਤ ਪ੍ਰੈਸ਼ਰਾਈਟ ਕਰਦੇ ਸੀਗੇ ਅਤੇ ਮੈਨੂੰ ਵੀ ਬਹੁਤ ਕਹਿਣਾ ਕਿ ਇਹਦਾ ਵਿਆਹ ਕਰ ਦਿਓ। ਤਾਂ ਪਹਿਲਾਂ ਤਾਂ ਮੈਂ ਜਵਾਬ ਦਿੰਦੀ ਹੁੰਦੀ ਸੀਗੀ ਕਿ ਨਹੀਂ, ਮੈਂ ਹਜੇ ਨਹੀਂ ਵਿਆਹ ਕਰਾਉਣਾ, ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਦੇਖਣਾ, ਮੈਂ ਆਪਣਾ ਕੁਝ ਕਰਨਾ ਆ। ਕਿਉਂਕਿ ਮੇਰੇ ਹੱਥ 'ਚ ਕੋਈ ਜੋਬ ਨਹੀਂ ਸੀ ਉਸ ਟਾਈਮ, ਮੈਂ ਵੀ ਟੁੱਟੀ ਹੋਈ ਸੀਗੀ ਕਿ ਸਾਨੂੰ ਸਾਡੇ ਪਰਿਵਾਰ ਨੂੰ ਸੰਭਲਣ ਦਾ ਮੌਕਾ ਮਿਲਣਾ ਚਾਹੀਦਾ ਸੀਗਾ। ਮੈਂ ਆਪਣੇ ਭਰਾਵਾਂ ਨੂੰ ਸੈੱਟ ਕਰਨਾ ਸੀਗਾ, ਪਰ ਉੱਥੇ ਹੀ ਕਹਿ ਲਓ ਕਿ ਸਮਾਜ ਦੇ ਕੁਐਸਚਨ ਜਿਹੜੇ ਸੀਗੇ, ਮੇਰੇ ਫਾਦਰ ਸਾਹਿਬ ਦੀ ਰਾਤ ਦੀ ਨੀਂਦ ਉਡਾ ਦਿੰਦੇ ਸੀਗੇ। ਕਿਤੇ ਨਾ ਕਿਤੇ ਮੇਰੇ ਵੱਡੇ ਭਰਾ ਨੂੰ ਵੀ ਇਹ ਚੀਜ਼ਾਂ ਕੁਐਸਚਨ ਹੁੰਦੀਆਂ ਸੀਗੀਆਂ ਕਿ ਵਿਆਹ ਕਰ ਦਿਓ, ਅਸੀਂ ਮੁੰਡਾ ਦੇਖ ਦਿੰਦੇ ਹਾਂ। ਤਾਂ ਪਾਪਾ ਨੇ ਉਸ ਟਾਈਮ ਮੇਰਾ ਸਾਥ ਦਿੱਤਾ ਕਿ ਨਹੀਂ, ਪੜ੍ਹੀ ਆ ਉਹ, ਇੰਨਾ ਪੈਸਾ ਲੱਗਾ, ਨੌਕਰੀ ਕਰੇਗੀ, ਦੇਖ ਲਾਂਗੇ ਕੋਈ ਮੁੰਡਾ ਸਹੀ ਲੱਗੂਗਾ ਤੇ ਕਰ ਦਾਂਗੇ। ਚਲੋ 1 ਸਾਲ ਬੀਤਿਆ, ਫਿਰ ਸਾਲ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਕੁਐਸਚਨ ਮਿਲਦੇ ਸੀਗੇ ਅਤੇ ਹਰੇਕ ਨੇ ਕਹਿਣਾ ਵੀ ਤੂੰ ਵਿਆਹ ਕਿਉਂ ਨਹੀਂ ਕਰਵਾਉਂਦੀ, ਤੂੰ ਵਿਆਹ ਕਦੋਂ ਕਰਵਾਉਣਾ ਹੈ। ਮੇਰਾ ਹਮੇਸ਼ਾ ਇੱਕੋ ਹੀ ਕੁਐਸਚਨ ਹੁੰਦਾ ਸੀਗਾ ਕਿ ਮੇਰੀਆਂ ਜ਼ਿੰਮੇਵਾਰੀਆਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਮੈਂ ਵਿਆਹ ਕਰਵਾ ਸਕਦੀ ਹਾਂ।
ਜੇ ਮੈਂ ਸੋਚਾਂ ਕਿ ਮੈਂ ਵਿਆਹ ਕਰਵਾ ਸਕਦੀ ਹਾਂ ਤਾਂ ਮੇਰੇ ਘਰ ਦੀ ਜ਼ਿੰਮੇਵਾਰੀ ਕੌਣ ਲਏਗਾ। ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਸੀਗਾ, ਉਹ ਇਹ ਨਹੀਂ ਸੋਚਦੇ ਸੀਗੇ ਕਿ ਇਕੱਲੀ ਕੁੜੀ ਹੈ, ਮਾਂ ਸਿਰ 'ਤੇ ਨਹੀਂ ਹੈਗੀ, ਉਹਦੇ ਪਾਪਾ ਜਿਹੜੇ ਹੈਗੇ ਨੇ ਹਾਰਟ ਪੇਸ਼ੈਂਟ ਹੈਗੇ ਨੇ, ਭਰਾ ਨੇ ਨਿਆਣੇ ਨੇ, ਹਜੇ ਬੱਚੇ ਆ, ਹਜੇ ਉਹਨਾਂ ਨੂੰ ਇੰਨੀ ਜ਼ਿੰਦਗੀ ਦੀ ਸਮਝ ਨਹੀਂ। ਉਹ ਇਸ ਘਰ ਦਾ ਕਿਵੇਂ ਗੁਜ਼ਾਰਾ ਕਰਦੀ ਹੋਊਗੀ, ਕਿਵੇਂ ਮੈਨੇਜ ਕਰਦੀ ਹੋਏਗੀ। ਮੈਨੂੰ ਕਦੀ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਵੀ ਤੁਸੀਂ ਕਿਵੇਂ ਰਹਿੰਦੀ ਆ ਰਮਨ, ਤੂੰ ਕਿਵੇਂ ਜ਼ਿੰਦਗੀ ਕੱਢਦੀ ਆ, ਜਾਂ ਤੈਨੂੰ ਕੋਈ ਤਕਲੀਫ ਤਾਂ ਨਹੀਂ। ਇਹ ਕੁਐਸਚਨ ਨਹੀਂ ਮੈਂ ਕਿਸੇ ਤੋਂ ਸੁਣਿਆ। ਮੈਂ ਸਿਰਫ ਇਹੀ ਕੁਐਸਚਨ ਸੁਣਿਆ ਕਿ ਵਿਆਹ ਕਦੋਂ ਕਰਾਉਣਾ। ਕਿਉਂਕਿ ਕਹਿੰਦੇ ਨਾ ਕਿ ਸਾਡੇ ਜਿਹੜੇ ਚਾਅ ਹੁੰਦੇ ਆ ਹੈ ਨਾ, ਜਾਂ ਜਿੰਨੇ ਨਖਰੇ ਹੁੰਦੇ ਆ, ਉਹ ਸਭ ਮਾਂ ਨਾਲ ਹੁੰਦੇ ਨੇ। ਜਦੋਂ ਮਾਂ ਨਹੀਂ ਹੁੰਦੀ ਨਾ, ਫਿਰ ਇਹ ਚੀਜ਼ਾਂ, ਇਹ ਖਾਲੀਪਣ ਆ ਜਾਂਦਾ ਜ਼ਿੰਦਗੀ 'ਚ ਇੱਕ। ਰਣਦੀਪ ਜੀ, ਮੈਂ ਮਾਂ ਪਿਓ ਦੀ ਬਹੁਤ, ਕਹਿ ਲਓ ਬਹੁਤ ਹੀ ਜ਼ਿਆਦਾ ਲਾਡਲੀ ਕੁੜੀ ਸੀਗੀ। ਮੇਰੇ ਪਿੰਡ ਦੇ ਵਿੱਚ ਜਿੰਨੀਆਂ ਵੀ ਮੇਰੀਆਂ ਕਜ਼ਨ ਸਿਸਟਰ ਸੀਗੀਆਂ ਜਾਂ ਮੇਰੀਆਂ ਫਰੈਂਡ ਸੀਗੀਆਂ, ਸਾਰੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਬਹੁਤ ਖੁਸ਼ਨਸੀਬ ਆ, ਕਿ ਤੂੰ ਇੰਨੀ ਲਾਡਲੀ ਆ, ਕਿ ਹਰ ਇੱਕ ਚੀਜ਼ ਘਰ 'ਚ ਮੈਨੂੰ ਮਿਲਣੀ। ਪਹਿਲਾਂ ਮੈਂ ਲੜ ਲੈਣਾ ਜਾਂ ਮੈਂ ਰੁੱਸ ਕੇ ਬੈਠ ਜਾਣਾ, ਮੈਨੂੰ ਆਹੀ ਚਾਹੀਦਾ। ਅਤੇ ਕੋਈ ਵੀ ਘਰ 'ਚ ਚੀਜ਼ ਆਉਣੀ ਮੈਨੂੰ ਮਿਲਣੀ। ਕੋਈ ਚੀਜ਼ ਮੈਨੂੰ ਨਾ ਪਸੰਦ ਹੋਣੀ ਤਾਂ ਮੇਰੀ ਮਾਂ ਨੂੰ ਪਹਿਲਾਂ ਪਤਾ ਹੁੰਦਾ ਸੀ ਕਿ ਇਹਨੂੰ ਚੀਜ਼ ਪਸੰਦ ਨਹੀਂ ਹੈਗੀ, ਅਤੇ ਉਹ ਮੇਰੇ ਨਖਰੇ, ਹਰ ਇੱਕ ਚੀਜ਼ਾਂ ਉਹ ਮੇਰੀ ਮਾਂ ਪੂਰੀਆਂ ਕਰਦੀ ਹੁੰਦੀ ਸੀਗੀ। ਅਤੇ ਨਾਲ ਦੀ ਨਾਲ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀਗੇ, ਤੂੰ ਪੁੱਤਰ ਪੜ੍ਹ ਲਾ ਬਸ, ਜੇ ਤੂੰ ਪੜ੍ਹ ਜਾਏਂਗੀ ਨਾ, ਤੈਨੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਣੀ। ਮੈਨੂੰ ਅੱਜ ਵੀ ਯਾਦ ਹੈ, ਮੈਂ ਨਾ ਆਪਣੀ ਦਾਦੀ ਜੀ ਨਾਲ ਬਾਜ਼ਾਰ ਗਈ ਹੋਈ ਸੀਗੀ ਕਿਸੇ ਦਿਨ, ਅਤੇ ਰਸਤੇ 'ਚ ਜਾਂਦਿਆਂ ਨਾ ਮੈਨੂੰ ਕੋਈ ਸ਼ੌਪ ਤੋਂ ਮੈਨੂੰ ਜੁੱਤੀ ਪਸੰਦ ਆ ਗਈ, ਅਤੇ ਪਾਪਾ ਸਾਡੇ ਨਾਲ ਸੀਗੇ, ਅਤੇ ਮੈਂ ਕਿਹਾ ਵੀ ਮੈਨੂੰ ਪਸੰਦ ਆ, ਮੈਂ ਲੈਣੀ ਆ, ਚਲੋ ਚਲੇ ਗਏ। ਮੇਰੇ ਫਾਦਰ ਸਾਹਿਬ ਦਾ ਜਿਹੜਾ ਨੇਚਰ ਆ ਥੋੜ੍ਹਾ ਗੁੱਸੇ ਵਾਲਾ ਹੈ ਨਾ, ਅਤੇ ਉਸ ਟਾਈਮ ਕਹਿ ਲਓ ਕਿ ਪਰਿਵਾਰ ਵੀ ਤੰਗੀ 'ਚ ਹੁੰਦਾ ਸੀ ਹੈ ਨਾ। ਜੁੱਤੀ ਲੈਣ ਦਾ ਪਾਪਾ ਕਹਿੰਦੇ ਮੈਨੇ ਦੇਣੇ, ਉਹ ਕਹਿੰਦੇ ਮੈਨੇ ਲੈਣੇ, ਰੇਟ ਨਹੀਂ ਬਣਿਆ। ਘਰ ਆ ਗਏ ਸੀ, ਮੈਂ ਆ ਕੇ ਰੋਈ ਮੰਮੀ ਕੋਲ ਕਿ ਮੈਂ ਜੁੱਤੀ ਲੈਣੀ ਸੀਗੀ, ਪਾਪਾ ਨੇ ਮੈਨੂੰ 50 ਰੁਪਏ ਪਿੱਛੇ ਮੈਨੂੰ ਜੁੱਤੀ ਨਹੀਂ ਲੈਣ ਦਿੱਤੀ ਹੈ ਨਾ। ਮੈਂ ਰੋਈ, ਮੰਮਾ ਨੇ ਕਹਿਣਾ ਵੀ ਨਹੀਂ ਹੋਣੇ ਬੇਟਾ ਪਾਪਾ ਕੋਲ, ਕੋਈ ਗੱਲ ਨਹੀਂ ਹੈ ਨਾ। ਮੈਂ ਕਿਹਾ ਨਾ, ਮੈਨੂੰ ਤਾਂ ਉਹੀ ਚਾਹੀਦੀ ਆ, ਮੈਨੂੰ ਨਹੀਂ ਪਤਾ ਮੰਮਾ, ਉਹੀ ਚਾਹੀਦੀ ਆ। ਤੀਸਰੇ ਚੌਥੇ ਦਿਨ ਮੰਮਾ ਨੇ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿੱਦਾਂ ਮੈਨੇਜ ਕੀਤਾ, ਕਿਵੇਂ ਮੈਨੇਜ ਕੀਤਾ, ਇਸ ਚੀਜ਼ ਦਾ ਮੈਨੂੰ ਨਹੀਂ, ਅੱਜ ਮੈਂ ਸੋਚਿਆ ਤੱਕ ਨਹੀਂ ਅੱਜ ਤੱਕ। ਮੰਮਾ ਨੇ ਦਾਦੀ ਜੀ ਨੂੰ ਕਿਹਾ, ਆ ਲਓ ਪੈਸੇ, ਜਾਓ ਇਹਨੂੰ ਜੁੱਤੀ ਲਿਆ ਦਿਓ। ਕਿ ਉਹ ਚੀਜ਼ ਮੈਂ ਹੁਣ ਜਦੋਂ ਮੈਂ ਕਿਤੇ ਬਾਜ਼ਾਰ 'ਚ ਜਾਂਦੀ ਆ ਨਾ, ਮੇਰੇ ਮੰਮਾ ਨੇ ਨਾ ਕਦੀ ਆਪਣੇ ਲਈ ਨਹੀਂ ਕਦੀ ਸੋਚਿਆ ਸੀਗਾ ਹੈ ਨਾ। ਉਹਨਾਂ ਨੇ, ਅਸੀਂ, ਮੇਰੇ ਪਾਪਾ ਆਰਮੀ 'ਚ ਸੀਗੇ, ਅਸੀਂ 3 ਭੈਣ ਭਰਾ ਸੀਗੇ, ਮੈਂ ਇੱਕ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਨਾ। ਸਾਡੀਆਂ ਪੜ੍ਹਾਈਆਂ ਦੇ ਖਰਚੇ, ਘਰ ਦੇ ਖਰਚੇ ਬਹੁਤ ਜ਼ਿਆਦਾ ਸੀਗੇ ਹੈ ਨਾ। ਮੰਮਾ ਨੇ ਕਦੀ ਆਪਣੀ ਕੋਈ ਸ਼ੌਕ ਨਹੀਂ ਪੂਰਾ ਕੀਤਾ ਸੀਗਾ। ਉਹ ਹਮੇਸ਼ਾ ਕਹਿੰਦੇ ਸੀ ਮੇਰੇ ਬੱਚੇ ਪੜ੍ਹਨਗੇ, ਮੈਂ ਆਪਣੇ ਸ਼ੌਕ ਉਦੋਂ ਪੂਰੇ ਕਰਾਂਗੀ। ਅਤੇ ਕਦੀ ਜੇ ਮੈਂ ਕਹਿਣਾ ਮੰਮਾ ਮੈਂ ਸੂਟ ਲੈਣਾ, ਮੈਨੂੰ ਸਿਰਫ ਸਕੂਲ ਦੀਆਂ ਜਾਂ ਕਾਲਜ ਦੀਆਂ ਵਰਦੀਆਂ ਮਿਲਦੀਆਂ ਹੁੰਦੀਆਂ ਸੀਗੀਆਂ, ਮੈਨੂੰ ਕਦੀ ਕੁਛ ਨਹੀਂ ਮਿਲਦਾ ਹੁੰਦਾ ਸੀ। ਕਹਿਣਾ ਪੁੱਤਰ ਤੂੰ ਪੜ੍ਹ ਲਾ, ਜਦੋਂ ਤੂੰ ਪੜ੍ਹ ਲਈ, ਨੌਕਰੀ ਲੱਗ ਗਈ, ਫਿਰ ਤੂੰ ਸੂਟਾਂ ਦਾ ਜਾਂ ਕਿਸੇ ਚੀਜ਼ ਦਾ ਤੂੰ ਰੇਟ ਵੀ ਨਹੀਂ ਪੁੱਛਿਆ ਕਰਨਾ, ਜਿਹੜੀ ਚੀਜ਼ ਤੈਨੂੰ ਪਸੰਦ ਆ ਤੂੰ ਉਹ ਲਿਆ ਕਰਨੀ ਹੈ। ਅੱਜ ਉਹ ਚੀਜ਼ ਰਣਦੀਪ ਜੀ ਉਹ ਰਿਐਲਿਟੀ ਹੈ, ਪਰ ਮੇਰੀ ਮਾਂ ਨਹੀਂ ਹੈਗੀ ਕਿਤੇ। ਜਦੋਂ ਮੈਂ ਕਿਤੇ ਬਾਜ਼ਾਰ ਜਾਂਦੀ ਹਾਂ, ਕੁੜੀਆਂ ਦੀਆਂ ਨਾ ਮਦਰਸ ਨਾਲ ਹੁੰਦੀਆਂ ਨੇ ਹੈ ਨਾ, ਸ਼ੋਪਿੰਗ ਕਰਦੀਆਂ ਨੇ, ਅਤੇ ਮੇਰਾ ਦਿਲ ਉਸ ਟਾਈਮ ਚੀਜ਼ ਪੈਂਦੀ ਆ ਦਿਲ ਦੇ ਵਿੱਚ ਕਿ ਮੇਰੀ ਮਾਂ ਹੁੰਦੀ ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਆਉਂਦੀ ਕਿ ਦੱਸੋ ਮੰਮਾ ਤੁਹਾਨੂੰ ਕੀ ਚਾਹੀਦਾ। ਅਸੀਂ ਆਪਣੀ ਮਾਂ ਦੀ ਪੂਰੀ ਹਰ ਇੱਕ ਰੀਝ ਪੂਰੀ ਕਰਦੇ, ਕਿਉਂਕਿ ਉਹਨਾਂ ਨੇ ਬੜੀ ਤਕਲੀਫਾਂ ਦੇ ਨਾਲ ਸਾਨੂੰ ਪੜ੍ਹਾਇਆ ਸੀਗਾ, ਬੜੀ ਮੁਸ਼ਕਲਾਂ ਦੇ ਨਾਲ ਪੜ੍ਹਾਇਆ ਸੀਗਾ ਕਿ ਅਸੀਂ ਵੱਡੇ ਹੋ ਕੇ ਅਫਸਰ ਬਣਾਂਗੇ, ਵੱਡੇ ਹੋ ਕੇ ਜੌਬ, ਵਧੀਆ ਜੌਬ ਕਰਾਂਗੇ। ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਅਫਸਰ ਬਣਨ। ਜਦੋਂ ਅਸੀਂ ਸਭ ਕੁਝ ਉਹ ਕਰ ਦਿੱਤਾ, ਅੱਜ ਉਹ ਮੇਰੀ ਮਾਂ ਨਹੀਂ ਹੈਗੀ। ਚੀਜ਼ ਤਕਲੀਫ ਦਿੰਦੀ ਆ। ਬਹੁਤ ਵਾਰੀ ਕਈ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਮੈਂ ਆਪਣੀ ਮਾਂ ਨਾਲ ਕਰਨੀਆਂ ਹੁੰਦੀਆਂ ਨੇ, ਉਹ ਮੈਂ ਕਿਸੇ ਨਾਲ ਨਹੀਂ ਕਰ ਸਕਦੀ, ਉਹ ਮੇਰੇ ਅੰਦਰ ਹੀ ਦੱਬ ਜਾਂਦੀਆਂ ਨੇ। ਜਾਂ ਮੈਂ ਕਦੀ ਇਕੱਲੀ ਕਮਰੇ ਦੇ ਵਿੱਚ ਮਾਂ ਦੀ ਫੋਟੋ ਫੜ ਕੇ ਬਹਿ ਜਾਂਦੀ ਹਾਂ ਅਤੇ ਮੈਂ ਆਪਣੇ ਗਿਲੇ ਸ਼ਿਕਵੇ ਕਰ ਲੈਂਦੀ ਹਾਂ ਬਸ। ਅਤੇ ਉਹ ਜਿਹੜੇ ਕਹਿ ਲਓ
ਨੌਟੰਕੀ ਵਾਲੀ ਜਾਂ ਚੁਲਬੁਲੀ ਜਿਹੜੀ ਰਮਨ ਸੀਗੀ ਉਹ ਕਿਤੇ ਗੁੰਮ ਹੋ ਗਈ ਆ ਜ਼ਿੰਮੇਵਾਰੀਆਂ ਦੇ ਵਿੱਚ, ਜਾਂ ਸਮਾਜ ਨੇ ਮੈਨੂੰ ਕਿਤੇ ਗੁੰਮ ਕਰ ਦਿੱਤਾ ਆ ਕਿ ਮੈਨੂੰ ਇਸ ਚੀਜ਼ ਤੋਂ ਟਾਰਚਰ ਕਰ ਕਰਕੇ ਕਿ ਤੂੰ ਵਿਆਹ ਨਹੀਂ ਕਰਾ ਰਹੀ ਜਾਂ ਇਹ ਘਰ 'ਚ ਬੈਠੀ ਆ। ਇਹ ਵੀ ਸੁਣਨ ਨੂੰ ਮਿਲਦਾ ਕਿ ਮੇਰੇ ਫਾਦਰ ਸਾਹਿਬ ਨੂੰ ਕਿ ਇਹ ਆਪਣੀ ਕੁੜੀ ਦੀ ਕਮਾਈ ਖਾਂਦੇ ਆ। ਵੀ ਮੈਨੂੰ ਇਹ ਲੱਗਦਾ ਕਿ ਜੇ ਮੈਂ ਮੁੰਡਾ ਹੁੰਦੀ ਨਾ ਸ਼ਾਇਦ ਮੈਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਣੀਆਂ ਨਹੀਂ ਸੀ ਹੈਗੀਆਂ। ਮੈਨੂੰ ਸਮਾਜ ਤੋਂ ਇਹੀ ਕੁਐਸਚਨ ਹੈ ਵੀ ਤੁਸੀਂ ਇੱਕ ਜੇ ਕੁੜੀ ਸਭ ਕੁਝ ਕਰ ਰਹੀ ਆ ਤਾਂ ਉਹ ਕੁੜੀ ਨੂੰ ਗਲਤ ਨਿਗਾਹਾਂ ਨਾਲ ਉਹਦੇ ਬਾਰੇ ਕਿਉਂ ਸੋਚਿਆ ਜਾਂਦਾ ਕਿ ਉਹ ਵਿਆਹ ਕਿਉਂ ਨਹੀਂ ਕਰਾ ਰਹੀ? ਉਹਦੀਆਂ ਮਜਬੂਰੀਆਂ ਤਾਂ ਸੋਚੋ ਪਹਿਲਾਂ, ਉਹਦੀਆਂ ਮਜਬੂਰੀਆਂ ਕੀ ਨੇ, ਫਿਰ ਉਹਨੂੰ ਕੁਐਸਚਨ ਕਰੋ ਕਿ ਮੇਰਾ ਵੀ ਦਿਲ ਕਰਦਾ, ਮੇਰੇ ਵੀ ਪਹਿਲਾਂ ਚਾਹ ਹੁੰਦੇ ਸੀਗੇ ਵਿਆਹ ਕਰਾਉਣਾ, ਫੋਟੋਆਂ ਸਿਲੈਕਟ ਕਰਨੀਆਂ। ਜਦੋਂ ਮੰਮਾ ਹੁੰਦੇ ਸੀਗੇ ਮੰਮਾ ਨੇ ਕਹਿਣਾ ਆਪਾਂ ਤੇਰਾ ਵਿਆਹ ਕਰਨਾ, ਮੈਂ ਵੀ ਬਰਾਈਡਸ ਦੇਖਣੀਆਂ, ਹਾਂ ਇੱਦਾਂ ਸੋਹਣਾ ਲੱਗਦਾ ਆ, ਆਪਾਂ ਐਂ ਕਰੂੰਗੇ ਜਾਂ ਇੱਦਾਂ ਕਰੂੰਗੇ। ਪਰ ਉਹ ਚਾਹ ਹੁਣ ਨਹੀਂ ਹੈਗੇ, ਹੁਣ ਉਹ ਮੈਂ ਕਦੀ ਸੋਚਿਆ ਵੀ ਨਹੀਂ ਹੈਗਾ। ਹੁਣ ਮੈਨੂੰ ਐਂ ਲੱਗਦਾ ਕਿ ਜ਼ਿੰਮੇਵਾਰੀਆਂ ਆ, ਜੇ ਮੈਂ ਵਿਆਹ ਕਰਾ ਵੀ ਲੈਂਦੀ ਘਰਦਿਆਂ ਦੀ ਜਾਂ ਲੋਕਾਂ ਦੇ ਪਿੱਛੇ ਲੱਗ ਕੇ ਤਾਂ ਮੇਰਾ ਘਰ ਖਤਮ ਹੋ ਜਾਣਾ ਸੀਗਾ। ਮੇਰੇ ਪੇਰੈਂਟਸ ਕਿੱਥੇ ਜਾਂਦੇ, ਮੇਰੇ ਭਰਾਵਾਂ ਦੀ ਜ਼ਿੰਦਗੀ ਕਿੱਥੇ ਜਾਂਦੀ। ਸਭ ਤੋਂ ਜ਼ਿਆਦਾ ਮੈਟਰ ਕਰਦਾ ਮੇਰੇ ਲਈ ਮੇਰੀ ਮਾਂ ਦਾ ਵਾਅਦਾ। ਮੈਂ ਉਹ ਵਾਅਦਾ ਖਿਲਾਫੀ ਤਾਂ ਮੈਂ ਕਰ ਨਹੀਂ ਸਕਦੀ ਆਪਣੇ ਲਈ, ਮੈਂ ਇੰਨੀ ਖੁਦਦਾਰ ਨਹੀਂ ਬਣ ਸਕਦੀ। ਰਮਨ, ਤੁਸੀਂ ਬਹੁਤ ਬਹਾਦਰ ਹੋ, ਤੁਸੀਂ ਆਪਣੇ ਘਰ ਪਰਿਵਾਰ ਨੂੰ ਸੰਭਾਲਿਆ, ਇੰਨਾ ਕੁਝ ਸਮਾਜਿਕ ਜੋ ਤਣਾਅ ਹੈ ਉਹ ਵੀ ਤੁਸੀਂ ਬਰਦਾਸ਼ਤ ਕਰ ਰਹੇ ਹੋ, ਹੈ ਨਾ। ਉਹੀ ਗੱਲ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਲੋਕੀ ਸਾਡਾ ਸਿਰਫ ਚਿਹਰਾ ਵੇਖਦੇ ਆ, ਪਰ ਕਹਿੰਦੇ ਕਿ ਅੰਦਰ ਹੀ ਅੱਗ ਅੰਦਰ ਹੀ ਧੂੰਆਂ, ਹੈ ਨਾ, ਉਹ ਸਿਰਫ ਜਿਹਦੇ ਨਾਲ ਬੀਤਦੀ ਹੈ ਉਹੀ ਜਾਣਦਾ, ਉਹਨੂੰ ਪਤਾ ਹੁੰਦਾ, ਹੈ ਨਾ। ਤੁਸੀਂ ਆਪਣੇ ਭਰਾ ਦਾ ਵਿਆਹ ਕੀਤਾ, ਉਹਦਾ ਕਰੀਅਰ ਸੈੱਟ ਕੀਤਾ। ਤੁਸੀਂ ਕਿਹਾ ਸੀ ਕਿ ਮੈਂ ਜਦੋਂ ਭਰਾ ਦਾ ਵਿਆਹ ਕੀਤਾ ਤਾਂ ਮੈਨੂੰ ਮਹਿਸੂਸ ਵੀ ਇੱਕ ਮਾਂ ਦੀ ਤਰ੍ਹਾਂ ਹੀ ਹੋਇਆ। ਉਹ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਦੱਸੋ। ਬ੍ਰਦਰ ਦੀ ਮੈਰਿਜ ਮੇਰੇ ਲਈ ਇੱਕ ਰਣਦੀਪ ਜੀ ਸ਼ੌਕਿੰਗ ਹੀ ਸੀਗੀ ਕਿ ਸਾਨੂੰ ਕੋਈ ਕੁੜੀ ਪਸੰਦ ਆ ਗਈ ਅਤੇ ਚਲੋ ਪਰਿਵਾਰ ਵਧੀਆ ਸੀਗਾ, ਘਰ ਦੇ ਕਹਿੰਦੇ ਵੀ ਚਲੋ ਵਿਆਹ ਕਰ ਦਿੰਦੇ ਹਾਂ। ਵਿਆਹ ਵੀ ਉਹਦਾ ਬਹੁਤ ਜਲਦੀ ਹੋਇਆ, ਮੈਨੂੰ ਆਪਣੇ ਆਪ ਨੂੰ ਵੀ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਅਤੇ ਪਹਿਲਾਂ ਤਾਂ ਜਦੋਂ ਮੈਂ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀਗੀ, ਕਿਉਂਕਿ ਪਹਿਲੀ ਵਾਰੀ ਮੈਂ ਇਹ ਜ਼ਿੰਮੇਵਾਰੀਆਂ ਸਾਂਭਣੀਆਂ ਸੀਗੀਆਂ ਆਪਣੇ ਸਿਰ 'ਤੇ, ਤਾਂ ਬੜੀ ਨਰਵਸ ਸੀਗੀ ਕਿ ਮੈਂ ਕਿਵੇਂ ਮੈਨੇਜ ਕਰਾਂ। ਕਿਤੇ ਨਾ ਕਿਤੇ ਮੈਂ ਆਪਣੀ ਮਾਂ ਨੂੰ ਵੀ ਮਿਸ ਕਰ ਰਹੀ ਸੀਗੀ ਕਿ ਜੇ ਮੇਰੀ ਮਾਂ ਹੁੰਦੀ ਤਾਂ ਕੀ ਕੁਛ ਕਰਦੀ। ਪਰ ਮੈਂ ਉਹਨਾਂ ਚੀਜ਼ਾਂ ਨੂੰ ਆਪਣੇ ਭਰਾ ਨੂੰ ਫੀਲ ਨਹੀਂ ਹੋਣ ਦਿੱਤਾ ਕਿ ਉਹ ਇਹ ਨਾ ਫੀਲ ਕਰੇ ਕਿ ਮੇਰੀ ਮਾਂ ਨਹੀਂ ਹੈਗੀ ਅਤੇ ਮੇਰੀ ਭੈਣ ਨੇ ਕੋਈ ਰਸਮ ਰਿਵਾਜ ਨਹੀਂ ਕੀਤੇ। ਅਤੇ ਜਦੋਂ ਉਹਦਾ ਵਿਆਹ ਸੀਗਾ ਤਾਂ ਮੈਂ ਸ਼ਾਮ ਨੂੰ ਬੈਠੀ ਹੋਈ ਸੀਗੀ ਅਤੇ ਅਸੀਂ ਭੈਣ ਭਰਾ ਗੱਲਾਂ ਬਾਤਾਂ ਕਰ ਰਹੇ ਸੀਗੇ ਵੀ ਆਪਾਂ ਸਵੇਰੇ ਕਿੱਦਾਂ ਮੈਨੇਜ ਕਰਨਾ, ਕਿਵੇਂ, ਹੈ ਨਾ। ਅਤੇ ਸਵੇਰੇ ਜਦੋਂ ਲਾੜਾ ਬਣ ਰਿਹਾ ਸੀਗਾ, ਮੈਂ ਉਹਦੀ ਵਾਗਾ ਗੁੰਦ ਰਹੀ ਸੀਗੀ, ਤਾਂ ਮੇਰੇ ਦਿਲ ਦੇ ਵਿੱਚ ਨਾ ਇੱਕ ਇਹ ਲੱਗ ਰਿਹਾ ਸੀਗਾ ਕਿ ਅੱਜ ਤੋਂ ਮੇਰਾ ਭਰਾ ਮੇਰਾ ਨਹੀਂ ਰਹਿਣਾ, ਹੈ ਨਾ, ਉਹ ਪਰਾਇਆ ਹੋ ਜਾਣਾ। ਉਸ ਟਾਈਮ ਉਹ ਫੀਲਿੰਗ ਕਹਿ ਲਓ, ਇੱਕ ਜਿਹੜੀ ਮਾਂ ਨੂੰ ਫੀਲਿੰਗ ਆਉਂਦੀ ਹੁੰਦੀ ਹੈ ਨਾ ਵੀ ਉਹਦੇ ਬੇਟੇ ਦਾ ਵਿਆਹ ਹੋ ਰਿਹਾ ਅਤੇ ਉਹ ਆਪਣੀ ਨੂੰਹ ਵਾਈਫ ਵੱਲ ਚਲ ਜਾਣਾ ਵੀ ਹੁਣ ਮੇਰਾ ਪੁੱਤਰ ਮੇਰਾ ਨਹੀਂ ਰਹਿਣਾ, ਹੈ ਨਾ, ਉਹ ਫੀਲਿੰਗ ਉਹ ਮੈਨੂੰ ਆਈ। ਤਾਂ ਮੈਂ ਉਸ ਟਾਈਮ ਫੀਲ ਕੀਤਾ ਕਿ ਮਾਵਾਂ ਦੀ ਜਿਹੜੀ ਫੀਲਿੰਗ ਹੈ, ਮੈਨੂੰ ਉਹ ਫੀਲਿੰਗ ਬਹੁਤ ਜ਼ਿਆਦਾ ਕਹਿ ਲਓ ਵਧੀਆ ਵੀ ਲੱਗੀ, ਡਰ ਵੀ ਬਹੁਤ ਲੱਗਿਆ ਕਿ ਹੁਣ ਮੇਰਾ ਭਰਾ ਮੇਰਾ ਨਹੀਂ ਰਹਿਣਾ। ਅਤੇ ਉਹ ਇੱਕ ਸੀਨੇ 'ਚ ਨਾ ਚੀਸ ਜਿਹੀ ਉੱਠੀ ਮੇਰੇ, ਅਤੇ ਮੈਨੂੰ ਡਰ ਬਹੁਤ ਲੱਗਿਆ ਉਸ ਟਾਈਮ। ਮੈਂ ਡਰ ਗਈ। ਪੂਰਾ ਵਿਆਹ ਮੈਂ ਬਹੁਤ ਟੈਨਸ਼ਨ 'ਚ ਕੱਢਿਆ। ਇੱਕ ਤਾਂ ਟੈਨਸ਼ਨ ਸੀਗੀ ਕਿ ਸਾਰਾ ਕੁਛ ਮੈਨੇਜ ਹੋ ਜਾਵੇ, ਅਤੇ ਜਦੋਂ ਅਸੀਂ ਘਰ ਆਏ ਫਿਰ, ਹੈ ਨਾ, ਭਾਬੀ ਜੀ ਕੋਲ, ਤਾਂ ਮੈਂ ਫਿਰ ਥੋੜ੍ਹਾ ਜਿਹਾ ਮੈਂ ਡਰਾਂ ਕੁਛ ਕਿੱਦਾਂ, ਹੈ ਨਾ। ਫਿਰ ਮੈਂ ਉਹਨਾਂ ਨੂੰ ਕਿਹਾ, ਭਾਬੀ ਜੀ ਨੂੰ ਮੈਂ ਕਿਹਾ ਵੀ ਮੇਰੇ ਲਈ ਨਾ ਤੁਸੀਂ ਸਭ ਕੁਛ ਆ ਅਤੇ ਤੁਹਾਡੇ ਲਈ ਵੀ ਮੈਂ ਸਭ ਕੁਛ ਹਾਂ। ਮੈਨੂੰ ਮੈਂ ਕਿਹਾ ਫੀਲ ਹੋਇਆ ਕਿ ਮੇਰਾ ਭਰਾ ਮੇਰੇ ਤੋਂ ਦੂਰ ਹੋ ਜਾਣਾ, ਹੈ ਨਾ, ਵੀ ਮੇਰਾ ਭਰਾ ਮੇਰੇ ਤੋਂ ਦੂਰ ਨਾ ਕਦੀ ਕਰਿਓ, ਵੀ ਆਪਾਂ ਇੱਕ ਦੋਸਤ ਬਣ ਕੇ ਰਹੀਏ ਜਾਂ ਇੱਕ ਭੈਣਾਂ ਬਣ ਕੇ ਰਹੀਏ, ਤੁਸੀਂ ਜੋ ਤੁਹਾਨੂੰ ਰਿਸ਼ਤਾ ਪਸੰਦ ਆ ਉਹ। ਵੀ ਮੈਨੂੰ ਬੜੀ ਫੀਲਿੰਗ ਆਈ ਹੈ ਕਿ ਮੇਰਾ ਭਰਾ ਮੇਰੇ ਤੋਂ ਦੂਰ ਹੋ ਜਾਣਾ। ਅਤੇ
ਟੱਚਵੁੱਡ ਮੈਂ ਕਹਿੰਦੀ ਹਾਂ, ਉਹ ਬਾਬਾ ਜੀ ਨੇ ਮੇਰੇ ਤੇ ਮਿਹਰ ਹੈ ਕਿ ਮੇਰੇ ਭਾਬੀ ਜੀ ਨੇ ਅੱਜ ਤੱਕ ਮੈਨੂੰ ਕਦੀ ਇਹ ਨਹੀਂ ਫੀਲ ਹੋਣ ਦਿੱਤਾ ਕਿ ਮੈਂ ਉਹਨਾਂ ਦੀ ਨਣਦ ਆ, ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ। ਮੇਰੀ ਉਹ ਜਿਹੜੀ ਫੀਲਿੰਗ ਸੀਗੀ ਉਸ ਟਾਈਮ ਵਾਲੀ, ਉਹ ਉਹਨਾਂ ਨੇ ਉਹ ਗਲਤ ਕਰਾਰ ਕਰ ਦਿੱਤੀ ਆ। ਪਰ ਫਿਰ ਵੀ ਕਹਿੰਦੇ ਨੇ ਕਿ ਬੱਚੇ, ਅੱਜ ਕੱਲ੍ਹ ਮੇਰਾ ਭਰਾ ਕੈਨੇਡਾ 'ਚ ਆ, ਵੱਡੇ ਮੇਰੇ ਤੋਂ ਛੋਟਾ ਆ, ਇੱਕ ਛੋਟਾ ਹੋਰ ਹੈ, ਅਤੇ ਸਾਡੀ ਕਈ ਦਿਨ ਗੱਲ ਨਹੀਂ ਹੁੰਦੀ, ਬਿਜ਼ੀ ਹੁੰਦੇ ਹਾਂ ਅਸੀਂ। ਤਾਂ ਦਿਲ ਬਹੁਤ ਕਰਦਾ ਹੁੰਦਾ ਉਹਨੂੰ ਮਿਲਣ ਨੂੰ। ਮੈਂ ਉਹਨੂੰ ਕਈ ਵਾਰੀ ਕਹਿੰਦੀ ਹੁੰਦੀ ਹਾਂ ਵੀ ਤੂੰ ਭੁੱਲ ਗਿਆ, ਆਪਣੀ ਭੈਣ ਨੂੰ ਭੁੱਲ ਗਿਆ, ਆਪਣੀ ਮਾਂ ਨੂੰ ਭੁੱਲ ਗਿਆ, ਹੈ ਨਾ। ਕਹਿੰਦਾ ਵੀ ਜਦੋਂ ਮੇਰਾ ਵਿਆਹ ਹੋਇਆ ਸੀ ਤੂੰ ਤਾਂ ਮੈਨੂੰ ਉਸੇ ਦਿਨ ਹੀ ਕਹਿਤਾ ਸੀ ਕਿ ਮੈਂ ਤਾਂ ਪਰਾਇਆ ਹੋ ਗਿਆ, ਹੁਣ ਭੁਗਤੋ। ਅਤੇ ਉਹ ਫੀਲਿੰਗ ਰਣਦੀਪ, ਮੈਂ ਮਾਂ ਹੋਣ ਤੋਂ ਬਿਨਾਂ ਹੀ ਮੈਂ ਉਹ ਫੀਲ ਕਰ ਲਈ ਕਿ ਉਹ ਫੀਲਿੰਗ ਮੇਰੇ ਲਈ ਬਹੁਤ, ਅੱਜ ਵੀ ਮੈਂ ਜਦੋਂ ਫੀਲ ਕਰਦੀ ਹਾਂ ਸਮਟਾਈਮ ਮੈਨੂੰ ਹਾਸਾ ਆ ਜਾਂਦਾ ਕਿ ਮੈਂ ਕੀ ਗੱਲਾਂ ਸੋਚ ਕੇ ਬੈਠੀ ਸੀ। ਪਰ ਜਿਹੜੀਆਂ ਮਾਵਾਂ ਨੇ ਨਾ, ਉਹ ਸੱਚੀ ਉਹ ਕਮਾਲ ਚੀਜ਼ ਨੇ। ਮੈਂ ਚਾਹੇ ਜਨਮ ਨਹੀਂ ਦਿੱਤਾ, ਪਰ ਮੈਂ ਫੀਲ ਕਰਦੀ ਹਾਂ ਜਦੋਂ ਵੀ ਮੇਰੇ ਕਿਤੇ ਭਰਾ ਨੂੰ ਜਾਂ ਮੇਰੇ ਫੈਮਿਲੀ 'ਚੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ, ਮੈਨੂੰ ਇੰਟਿਊਸ਼ਨ ਜਿਹੀ ਹੋਣ ਲੱਗ ਜਾਂਦੀ ਆ ਵੀ ਕੁਛ ਗਲਤ ਹੋਇਆ, ਕੁਛ ਗਲਤ ਹੋਇਆ। ਪਤਾ ਨਹੀਂ ਇਹ ਪਿਆਰ ਆ ਜਾਂ ਖੂਨ ਦੇ ਰਿਸ਼ਤੇ ਆ। ਕਹਿੰਦੇ ਨਾ ਕਿ ਮਾਂ ਹੋਣ ਲਈ ਕਿਸੇ ਨੂੰ ਜਨਮ ਦੇਣਾ ਜ਼ਰੂਰੀ ਨਹੀਂ ਹੈ। ਮਮਤਾ ਸਾਡੇ ਅੰਦਰ ਹੁੰਦੀ ਹੈ, ਹਰ ਔਰਤ ਦੇ ਅੰਦਰ ਹੁੰਦੀ ਹੈ ਨਾ। ਅਤੇ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੱਤਾ ਤੁਸੀਂ ਤਾਂ ਹੀ ਉਹਦੇ ਮਾਂ ਹੋ। ਇੱਕ ਅਹਿਸਾਸ ਨੇ, ਭਾਵਨਾਵਾਂ ਨੇ ਸਾਡੀਆਂ। ਰਮਨ, ਤੁਸੀਂ ਕਿਹਾ ਸੀ ਕਿ ਤੁਹਾਨੂੰ ਜੱਜ ਕੀਤਾ ਜਾਂਦਾ ਬਹੁਤ ਜ਼ਿਆਦਾ। ਹਾਲਾਂਕਿ ਮੈਂ ਤੁਹਾਡੀ ਸਥਿਤੀ ਦਾ ਪੂਰਨ ਤੌਰ 'ਤੇ ਅੰਦਾਜ਼ਾ ਨਹੀਂ ਲਗਾ ਸਕਦੀ, ਕੁਛ ਕੁ ਅਸੀਂ ਸੋਚ ਸਕਦੇ ਹਾਂ, ਹੈ ਨਾ, ਕਿ ਤੁਸੀਂ ਕਿੰਨਾ ਪ੍ਰੈਸ਼ਰ ਫੀਲ ਕਰਦੇ ਹੋਵੋਗੇ। ਪਰ ਤੁਸੀਂ ਕਿਵੇਂ ਡੀਲ ਕਰਦੇ ਹੋ ਕਿ ਤੁਸੀਂ ਫ਼ੋਨ 'ਤੇ ਗੱਲ ਕਰ ਰਹੇ ਹੋ? ਤੁਸੀਂ ਕਿਹਾ ਕਿ ਮੈਨੂੰ ਇਹ ਵੀ ਦੇਖਿਆ ਜਾਂਦਾ ਕਿ ਕਿੰਨੇ ਮਿੰਟ ਫ਼ੋਨ 'ਤੇ ਗੱਲ ਕੀਤੀ ਹੈ, ਔਰ ਮਤਲਬ ਉਹਨਾਂ ਲੋਕਾਂ ਦੁਆਰਾ ਜਿਨ੍ਹਾਂ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਨਹੀਂ ਹੈ। ਇੱਕ ਹੁੰਦੇ ਨੇ ਨਾ ਲੋਕ, ਅੱਜ ਕੱਲ੍ਹ ਨਾ ਹਾਈਪਰਟੈਂਸ਼ਨ, BP ਦੀ ਬਿਮਾਰੀ ਨਾ ਬਹੁਤ ਜ਼ਿਆਦਾ ਵੱਧ ਗਈ ਹੈ। ਤਾਂ ਉਹ ਬਿਮਾਰੀ ਮੈਨੂੰ ਲੱਗਦਾ ਕਿ ਲੋਕਾਂ ਦੀ ਨਾ ਆਪਣੀਆਂ ਪ੍ਰੋਬਲਮਸ ਨੂੰ ਲੈ ਕੇ ਨਹੀਂ ਵਧੀ ਹੈਗੀ, ਉਹ ਦੂਸਰਿਆਂ ਦੀਆਂ ਪ੍ਰੋਬਲਮਸ ਨੂੰ ਲੈ ਕੇ ਵਧੀ ਹੈ। ਬਹੁਤ ਵਾਰੀ ਇੱਦਾਂ ਹੁੰਦਾ ਕਿ ਮੈਂ ਜੋਬ 'ਤੇ ਜਾਣਾ ਜਿੱਦਾਂ, ਅਤੇ ਕੋਈ ਵੀ ਪਹਿਰਾਵਾ ਮੈਂ ਕੋਈ ਪਾਇਆ ਹੋਇਆ ਤਾਂ ਉਹਨੂੰ ਜਦ ਦੇਖਿਆ ਜਾਂਦਾ ਕਿ ਮੈਂ ਕੀ ਪਾ ਕੇ ਨਿਕਲੀ ਹਾਂ ਘਰ ਤੋਂ, ਅਤੇ ਮੈਂ ਕਿੰਨੇ ਵਜੇ ਨਿਕਲੀ ਹਾਂ ਘਰ ਤੋਂ। ਕਈ ਵਾਰੀ ਹੁੰਦਾ ਮੇਰੀ ਜੋਬ ਲੇਟ ਹੁੰਦੀ ਆ, ਮੈਂ ਲੇਟ ਜਾਣਾ ਹੁੰਦਾ, ਅਤੇ ਉਹ ਵੀ ਟਾਈਮ ਨੋਟ ਹੁੰਦਾ ਵੀ ਲੇਟ ਗਈ ਆ। ਸਮ ਟਾਈਮ ਹੁੰਦਾ ਕਿ ਮੈਂ ਲੇਟ ਵੀ ਆ ਜਾਂਦੀ ਹਾਂ ਰਾਤ ਨੂੰ, ਹੈ ਨਾ, ਕੁਛ ਟਾਈਮ ਹੁੰਦਾ ਉਹ ਵੀ ਜੱਜ ਹੁੰਦਾ। ਅੱਜ ਰਮਨ ਲੇਟ ਗਈ ਸੀਗੀ, ਅੱਜ ਤੁਸੀਂ ਡਿਊਟੀ 'ਤੇ ਲੇਟ ਜਾਣਾ, ਕੀ ਹੋ ਗਿਆ? ਕੱਲ੍ਹ ਤੁਸੀਂ ਲੇਟ ਆਏ ਸੀਗੇ, ਕੋਈ ਗੱਲ ਹੋ ਗਈ ਸੀਗੀ? ਇੱਦਾਂ ਦੀ ਕੁਐਸਚਨਰੀਜ਼, ਹੈ ਨਾ। ਅਤੇ ਕਹਿ ਲਓ ਕਿ ਫ਼ੋਨ 'ਤੇ ਅੱਜ ਕੱਲ੍ਹ ਨਾ ਲੋਕਾਂ ਨੇ ਮੋਸਟਲੀ, ਜਿਹੜੇ ਮੈਂ ਕਹਿੰਦੀ ਹਾਂ ਜਿਹੜੇ ਸਾਡੇ ਪੁਰਾਣੇ ਲੋਕ ਨੇ, ਜਿਹੜੇ ਸਾਡੇ ਬਾਬੇ ਦਾਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜੇ ਕੋਈ ਫ਼ੋਨ 'ਤੇ ਗੱਲ ਕਰ ਰਿਹਾ ਆ ਤਾਂ ਉਹ ਕੁਛ ਗਲਤ ਹੀ ਹੋਏਗਾ। ਕੁਛ ਕੁ ਲੋਕਾਂ ਦੀਆਂ ਥਿੰਕਿੰਗਸ ਹੈਗੀਆਂ ਨੇ। ਪਰ ਜਦੋਂ ਤੁਸੀਂ ਕੋਈ ਫ਼ੋਨ 'ਤੇ ਗੱਲ ਕਰਦੇ ਹੋ ਤਾਂ ਤੁਹਾਨੂੰ ਨੋਟ ਕੀਤਾ ਜਾਂਦਾ ਆ ਵੀ ਹਾਂ ਫ਼ੋਨ ਆਇਆ, ਮੈਂ ਦੇਖ ਰਹੀ ਹਾਂ ਕਿਤੇ ਬਾਹਰ, ਕਿਤੇ ਮੈਂ ਘੁੰਮ ਰਹੀ ਹਾਂ ਜਾਂ ਕਿੱਦਾਂ, ਦੇਖਿਆ ਜਾਂਦਾ ਮੈਂ 10 ਮਿੰਟ ਫ਼ੋਨ 'ਤੇ ਗੱਲ ਕੀਤੀ ਆ। ਤਾਂ ਉਹ ਹੈਰਾਨ ਹੁੰਦੇ ਨੇ ਵੀ ਇੰਨਾ ਟਾਈਮ, ਉਹ ਆਪਣੇ ਆਪ ਹੀ ਜਜਮੈਂਟ ਸਟਾਰਟ ਕਰ ਦਿੰਦੇ ਆ ਵੀ ਇੰਨਾ ਟਾਈਮ ਕੱਲ੍ਹ ਕਿਹਦੇ ਨਾਲ ਕਰ ਰਹੀ ਹੋਏਗੀ ਇਹ, ਹੈ ਨਾ। ਚਾਹੇ ਮੈਂ ਆਪਣੇ ਭਰਾ ਨਾਲ ਕਿਉਂ ਨਾ ਕਰਦੀ ਹੋਵਾਂ, ਜਾਂ ਮੇਰਾ ਕੋਈ ਕਿੱਤਾ ਹੀ ਇਹੋ ਜਿਹਾ ਆ ਕਿ ਮੈਨੂੰ ਰਾਤ ਨੂੰ 10-10 ਵਜੇ ਵੀ ਫ਼ੋਨ ਆ ਜਾਂਦੇ ਆ ਕਿ ਮੇਰਾ ਕੋਈ ਪੇਸ਼ੈਂਟ ਸਿੱਕ ਹੈ ਜਾਂ ਕੋਈ ਦਿੱਕਤ ਹੈ। ਤਾਂ ਉਹ ਚੀਜ਼ਾਂ ਚੈੱਕਆਊਟ ਹੁੰਦੀਆਂ ਨੇ ਵੀ ਮੈਂ ਕਿੱਥੇ ਹੈਗੀ ਹਾਂ, ਮੈਂ ਕੀ ਕਰਦੀ ਹਾਂ। ਜੇ ਮੈਂ ਕਿਤੇ, ਅੱਜ ਕੱਲ੍ਹ ਕਹਿੰਦੇ ਆ ਵੀ ਸਟੇਟਸ ਚੈੱਕ ਹੁੰਦੇ ਨੇ ਬਹੁਤ ਨਾ, ਵਟਸਐਪ 'ਤੇ ਹਰ ਇੱਕ ਜਗ੍ਹਾ 'ਤੇ ਆਪਾਂ ਸਟੇਟਸ ਪਾਉਂਦੇ ਹਾਂ, ਹੈ ਨਾ। ਅਤੇ ਆਪਾਂ ਜੇ ਕਿਤੇ ਬਾਹਰ ਘੁੰਮਣ ਜਾਂਦੇ ਹਾਂ, ਨੈਚੁਰਲੀ ਹੈ, ਆਪਾਂ ਆਪਣੇ ਫਰੈਂਡ ਸਰਕਲ ਦੇ ਨਾਲ ਆਪਾਂ ਆਪਣੀਆਂ ਫੋਟੋਜ਼ ਸ਼ੇਅਰ ਕਰਦੇ ਹਾਂ, ਹੈ ਨਾ। ਅਤੇ ਕਈ ਲੋਕ ਜਿਹੜੇ ਹੁੰਦੇ ਨੇ ਉਹ ਇੰਨਾ ਸੀਰੀਅਸ ਨਹੀਂ ਲੈਂਦੇ ਕਿਉਂਕਿ ਹਰ ਇੱਕ ਦੀ ਆਪਣੀ ਲਾਈਫ ਆ। ਬਟ ਉਹ ਕਈ ਲੋਕ ਹੁੰਦੇ ਨੇ, ਉਹਨਾਂ ਚੀਜ਼ਾਂ ਨੂੰ ਬੜਾ ਜੱਜਮੈਂਟ ਕਰਦੇ ਆ, ਕਿੱਥੇ ਘੁੰਮਣ ਗਈ ਹੈ, ਕਿਹਦੇ ਨਾਲ ਗਈ ਹੈ, ਕੀ ਪਾਇਆ, ਕੀ ਹੋਇਆ ਆ। ਦੇਖ, ਵਿਆਹ ਨਹੀਂ ਕਰਾ ਰਹੀ, ਘੁੰਮਣ ਨੂੰ ਇਹਦੇ ਕੋਲ ਟਾਈਮ ਹੈਗਾ। ਮਤਲਬ ਕਿ
ਜੇ ਮੈਂ ਵਿਆਹ ਨਹੀਂ ਕਰਾ ਰਹੀ ਤਾਂ ਮੇਰੀ ਕੋਈ ਪਰਸਨਲ ਲਾਈਫ ਨਹੀਂ ਹੈਗੀ, ਮੇਰੇ ਕੋਈ ਦੋਸਤ, ਮੇਰੇ ਕੋਈ ਮਿੱਤਰ ਜਾਂ ਮੈਨੂੰ ਕੋਈ ਫੋਨ ਕਰਨ ਵਾਲਾ ਨਹੀਂ ਹੈਗਾ ਕਿ ਹਰ ਇੱਕ ਚੀਜ਼ ਗਲਤ ਹੀ ਕਿਉਂ ਸੋਚੀ ਜਾਂਦੀ ਆ। ਇਸ ਏਜ ਦੇ ਵਿੱਚ ਆ ਕੇ ਮੈਨੂੰ ਇਹ ਲੱਗਦਾ ਕਿ ਜਿਹੜੇ ਰਿਸ਼ਤੇ ਨੇ ਨਾ ਬਹੁਤ ਸੋਚ ਸਮਝ ਕੇ ਬਣਾਏ ਜਾਂਦੇ ਨੇ। ਕਿ ਕਈ ਵਾਰੀ ਹੁੰਦਾ ਆ ਕਿ ਛੋਟੀ ਉਮਰ ਦੇ ਵਿੱਚ ਜਿਹੜੇ ਰਿਸ਼ਤੇ ਬਣਾਏ ਜਾਂਦੇ ਨੇ ਉਹ ਬਹੁਤ ਸਕਸੈਸਫੁਲ ਨਹੀਂ ਹੁੰਦੇ। ਹੁਣ ਜਦੋਂ ਕੋਈ ਵੀ ਛੋਟਾ ਬੱਚਾ ਜਾਂ ਮੇਰੀ ਛੋਟੀ ਉਮਰ ਤੋਂ ਕੋਈ ਵੀ ਮੇਰੀ ਕੋਈ ਫਰੈਂਡ ਹੋ ਗਈ ਜਾਂ ਮੇਰਾ ਕੋਈ ਸਕਾ ਕਜ਼ਨ ਸਿਸਟਰ ਜਾਂ ਮੇਰਾ ਕੋਈ ਵੀ ਆਪਣਾ ਜਿਹੜੇ ਮੇਰੇ ਦਿਲ ਨੂੰ ਪਿਆਰੇ ਲੱਗਦੇ ਨੇ, ਕਿਸੇ ਦੀ ਮੈਰਿਜ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਬਹੁਤ ਸਮਝਾਉਂਦੀ ਹਾਂ ਕਿ ਹਜੇ ਏਜ ਨਹੀਂ ਹੈ, ਤੁਸੀਂ ਪੜ੍ਹੋ ਫਿਰ ਉਸ ਤੋਂ ਬਾਅਦ ਸੋਚੋ। ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਕਿ ਮੈਨੂੰ ਜੈਲਸੀ ਹੋ ਰਹੀ ਹੈ ਕਿ ਮੇਰਾ ਵਿਆਹ ਨਹੀਂ ਹੋ ਰਿਹਾ, ਵੀ ਸਾਡੇ ਬੱਚੇ ਦਾ ਵਿਆਹ ਹੋ ਰਿਹਾ, ਵੀ ਇਹ ਸਾਡੇ ਬੱਚੇ ਨੂੰ ਭੜਕਾ ਰਹੀ ਹੈਗੀ ਆ, ਹੈ ਨਾ। ਤਾਂ ਉਹ ਚੀਜ਼ਾਂ ਮੈਨੂੰ ਕਈ ਵਾਰੀ ਤਾਂ ਮੈਂ ਸੋਚ ਕੇ ਮੈਂ ਹੱਸ ਪੈਂਦੀ ਹਾਂ ਵੀ ਇਹ ਕਿੱਦਾਂ ਦੀ ਥਿੰਕਿੰਗ ਹੈਗੀ ਆ, ਹੈ ਨਾ। ਪਰ ਉਹ ਮਤਲਬ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਸਾਡੇ ਬੱਚੇ ਦੀ ਭਲਾਈ ਹੈ, ਸਾਡੇ ਬੱਚੇ ਨੂੰ ਸਮਝਾ ਰਹੀ ਹੈ। ਪਰ ਉਹ ਮੈਨੂੰ ਜੱਜ ਕਰਨਗੇ ਕਿ ਮੈਂ ਕੀ ਪਾ ਰਿਹਾ, ਮੈਂ ਕਿੱਦਾਂ, ਮੇਰਾ ਹੇਅਰ ਸਟਾਈਲ ਕਿੱਦਾਂ ਦਾ, ਮੈਂ ਵਾਲ ਕਟਿੰਗ ਕਰਾਤੇ ਨੇ, ਮੈਂ ਕਿਹੜਾ ਕੱਟ ਕਰਾਇਆ ਹੋਇਆ, ਜਾਂ ਮੈਂ ਸੂਟ ਪਾਇਆ ਜਾਂ ਮੈਂ ਜੀਨ ਪਾਈ ਹੈ ਜਾਂ ਮੈਂ ਕੀ ਪਾਇਆ। ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਨੋਟ ਡਾਊਨ ਹੁੰਦਾ ਅਤੇ ਉਹ ਲੋਕ ਜਿਹੜੇ ਨੇ ਨਾ ਆਪਣੀਆਂ ਨੋਟ ਡਾਊਨ ਕਰਦੇ ਨੇ। ਉਹ ਆਪਣੇ ਬੱਚੇ ਦੀ ਜਾਂ ਉਹਨਾਂ ਦੀ ਆਪਣੀ ਬੇਟੀ ਜਾਂ ਬੇਟਾ ਜਾਂ ਉਹਨਾਂ ਦੇ ਘਰ 'ਚ ਕੋਈ ਵੀ ਹੈਗਾ ਉਹਨਾਂ ਦੀ ਲਾਈਫ ਵੱਲ ਧਿਆਨ ਨਹੀਂ ਦਿੰਦੇ ਹੈਗੇ। ਪਰ ਮੈਨੂੰ ਲੱਗਦਾ ਰਮਨ, ਇਹ ਜੋ ਤੁਸੀਂ ਗੱਲ ਕਹਿ ਰਹੇ ਹੋ ਨਾ, ਇਹ ਸਾਡੀ ਸਾਰਿਆਂ ਦੀ ਨਾ ਆਦਤ ਹੀ ਬਣ ਗਈ ਕਿ ਦੂਸਰਿਆਂ ਦੀ ਜ਼ਿੰਦਗੀ 'ਚ ਅਸੀਂ ਹੱਥ ਦਖਲ ਦਿੰਦੇ ਹਾਂ, ਹੈ ਨਾ। ਖਾਸ ਕਰਕੇ ਜੇ ਅਸੀਂ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਕੁਝ ਕੁ ਰਿਸ਼ਤੇਦਾਰ ਤਾਂ ਮਤਲਬ ਵੀ ਬਾ ਕਮਾਲ ਕੀ ਕਹਿਣੇ ਉਹਨਾਂ ਦੇ, ਹੈ ਨਾ। ਮੈਨੂੰ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਆਈ। ਮੇਰਾ ਇੱਕ ਵਿਦਿਆਰਥੀ ਵਿਚਾਰਾ ਬੜਾ ਪਰੇਸ਼ਾਨ ਇੱਕ ਦਿਨ ਮੇਰੇ ਨਾਲ ਗੱਲ ਕਰ ਰਿਹਾ ਉਹ, ਅਤੇ ਕਹਿੰਦਾ ਕਿ ਮੈਨੂੰ ਘਰੇ ਕਾਫੀ ਝਿੜਕਾਂ ਪੈ ਗਈਆਂ ਮੈਡਮ, ਮੈਂ ਤੁਹਾਡੇ ਨਾਲ ਸੀ ਸਾਰਾ ਦਿਨ ਅਤੇ ਘਰ ਦੇ ਇਸ ਗੱਲ 'ਤੇ ਯਕੀਨ ਨਹੀਂ ਕਰ ਰਹੇ। ਅਤੇ ਮੈਂ ਕਿਹਾ ਵੀ ਐਵੇਂ ਦਾ ਕੀ ਹੋਇਆ। ਉਦੋਂ ਨਾ ਖੇਤਰੀ ਯੁਵਕ ਮੇਲਾ ਸੀ ਅਤੇ ਉਹਦੇ ਲਈ ਅਸੀਂ ਲਘੂ ਫਿਲਮ ਬਣਾ ਰਹੇ ਸੀ। ਅਤੇ ਕਹਿੰਦਾ ਮੈਡਮ ਕੱਲ੍ਹ ਨਾ ਮੈਂ ਜਿਸ ਥਾਂ 'ਤੇ ਅਸੀਂ ਫਿਲਮ ਸ਼ੂਟ ਕਰ ਰਹੇ ਸੀ ਨਾ, ਉੱਥੇ ਪਿੱਛੇ ਕੂੜੇ ਦੇ ਢੇਰ ਨੂੰ ਅੱਗ ਲਗਾਇਆ ਹੋਇਆ ਸੀ ਅਤੇ ਉਹ ਧੂੰਆਂ ਹੋਇਆ ਸੀ। ਅਤੇ ਉਹ ਬੱਚੇ ਨੇ ਸ਼ੂਟ ਖਤਮ ਹੋਣ ਤੋਂ ਬਾਅਦ ਉਹਨੇ ਆਪਣੇ ਦੋਸਤਾਂ ਤੋਂ ਉੱਥੋਂ ਫੋਟੋ ਖਿਚਵਾਈ ਅਤੇ ਕਹਿੰਦਾ ਕਿ ਮੇਰੇ ਕਿਸੇ ਰਿਸ਼ਤੇਦਾਰ ਨੇ ਉਹ ਫੋਟੋ ਮੇਰੇ ਘਰ ਦਿਖਾ ਕੇ ਕਿਹਾ ਕਿ ਤੁਹਾਡਾ ਬੱਚਾ ਸ਼ਿਮਲੇ ਘੁੰਮਦਾ ਪਿੱਛੇ ਬਰਫ਼ ਉੜੀ ਜਾਂਦੀ ਹੈ, ਤੁਹਾਨੂੰ ਪਤਾ ਹੀ ਨਹੀਂ। ਉਹੀ ਮਤਲਬ ਦੂਸਰਿਆਂ ਦੀ ਦਖਲ ਅੰਦਾਜ਼ੀ ਕਈ ਵਾਰ ਸਾਡੀ ਜ਼ਿੰਦਗੀ 'ਚ ਇੰਨੀ ਜ਼ਿਆਦਾ ਹੋ ਜਾਂਦੀ ਹੈ। ਇਸ ਲਈ ਹੁਣ ਮੈਂ ਜ਼ਰੂਰ ਇੱਕ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਵੀ ਪੇਰੈਂਟਸ ਜਿਹੜੇ ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਬੱਚਾ ਕਿਵੇਂ ਦਾ ਨਹੀਂ, ਪਰ ਮਤਲਬ ਉਹ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਘੁਸਪੈਠ ਕਰਦੇ ਆ ਕਿ ਕਈ ਵਾਰ ਮਾਪੇ ਵੀ ਜਿਹੜੇ ਹੈ ਉਹ ਬਹੁਤ ਸਾਰੇ ਕਾਰਨ ਨੇ, ਹਾਲਾਂਕਿ ਉਹਨਾਂ ਨੂੰ ਇਹ ਵੀ ਹੁੰਦਾ ਕਿ ਸਾਡਾ ਬੱਚਾ ਵਿਗੜ ਨਾ ਜਾਏ, ਪਰ ਫਿਰ ਵੀ ਉਹ ਵੀ ਮਜਬੂਰ ਹੋ ਜਾਂਦੇ ਆ ਕਈ ਵਾਰ ਸੋਚਣ 'ਤੇ, ਹੈ ਨਾ। ਤਾਂ ਅਗਰ ਜੇ ਤੁਹਾਨੂੰ ਮੈਂ ਕਹਾਂ ਕਿ ਤੁਹਾਨੂੰ ਕੁਝ ਬਦਲਣ ਦਾ ਮੌਕਾ ਮਿਲੇ, ਅਖੀਰ 'ਚ ਇਹੀ ਗੱਲ ਕਹੂੰਗੀ, ਤੁਸੀਂ ਕੀ ਬਦਲਣਾ ਚਾਹੋਗੇ ਸਮਾਜ ਵਿੱਚ? ਮੈਂ ਤਾਂ ਸਮਾਜ ਦੀ ਜਿਹੜੀ ਸੋਚ ਹੈ ਨਾ, ਮੈਂ ਚਾਹੁੰਦੀ ਹਾਂ ਕੁੜੀਆਂ ਦੇ ਪ੍ਰਤੀ ਉਹ ਚੇਂਜ ਹੋ ਜੇ। ਮੈਂ ਤਾਂ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਫਾਦਰ ਸਾਹਿਬ ਨੂੰ ਇੱਦਾਂ, ਮੇਰੇ ਫਾਦਰ ਸਾਹਿਬ ਨੂੰ ਵੀ ਲੋਕਾਂ ਵੱਲੋਂ ਇਹੀ ਕਿਹਾ ਜਾਂਦਾ ਸੀਗਾ ਕਿ ਵਿਆਹ ਨਹੀਂ ਕਰਾ ਰਹੀ ਤੁਹਾਡੀ ਬੇਟੀ। ਕਈ ਵਾਰੀ ਮੇਰੇ ਫਾਦਰ ਸਾਹਿਬ ਮੇਰੇ ਨਾਲ ਗੁੱਸੇ ਹੋ ਜਾਂਦੇ, ਬਹੁਤ ਜ਼ਿਆਦਾ ਮੇਰੇ ਨਾਲ ਕਈ ਵਾਰੀ ਗੱਲ ਨਹੀਂ ਕਰਦੇ, ਹੈ ਨਾ। ਮੈਨੂੰ ਗੁੱਸੇ ਨਾਲ ਦੇਖਣਾ ਵੀ ਤੂੰ ਵਿਆਹ ਨਹੀਂ ਕਰਾ ਰਹੀ, ਇੱਦਾਂ ਮੈਨੂੰ ਸੁਣਨਾ ਪੈ ਰਿਹਾ, ਹੈ ਨਾ। ਮੇਰਾ ਉਹਨਾਂ ਨੂੰ ਇੱਕ ਕੁਐਸਚਨ ਹੁੰਦਾ ਸੀਗਾ ਕਿ ਪਾਪਾ ਤੁਸੀਂ ਲੋਕਾਂ ਨੂੰ ਇਹ ਪੁੱਛੋ ਕਿ ਤੁਸੀਂ ਆਪਣੀਆਂ ਬੇਟੀਆਂ ਦੇ ਵਿਆਹ ਕੀਤੇ ਆ, ਉਹਨਾਂ ਨੇ ਕੀ ਤੀਰ ਮਾਰ ਲਏ, ਵੀ ਜਾਂ ਉਹਨਾਂ ਨੇ ਕੀ ਕੁਛ ਕਰ ਲਿਆ ਵੀ ਮੇਰੀ ਬੇਟੀ। ਮੈਂ ਕਿਹਾ ਤੁਸੀਂ ਇਹ ਸੋਚੋ ਵੀ ਕਹੋ ਵੀ ਮੇਰੀ ਬੇਟੀ ਪਹਿਲਾਂ ਮੇਰੇ ਨਾਮ ਨਾਲ ਜਾਣੀ ਜਾਂਦੀ ਸੀਗੀ, ਅੱਜ ਮੈਂ ਆਪਣੀ ਬੇਟੀ ਦੇ ਨਾਮ ਨਾਲ ਜਾਣਿਆ ਜਾਂਦਾ। ਜਿੱਥੇ ਵੀ ਮੈਂ ਜਾਂਦਾ ਹਰੇਕ ਕਹਿੰਦੇ ਵੀ ਮੈਮ ਦੇ ਫਾਦਰ ਸਾਹਿਬ ਨੇ। ਤਾਂ ਮੈਂ ਉਹਨਾਂ ਨੂੰ ਇਹੀ ਸਮਝਾਉਂਦੀ ਹੁੰਦੀ ਹਾਂ ਵੀ ਪਾਪਾ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ। ਅਤੇ ਸਮਾਜ ਨੂੰ ਵੀ ਮੇਰੀ ਇਹੀ ਰਿਕੁਐਸਟ ਹੈਗੀ ਆ ਕਿ ਜੇ ਕੋਈ ਆਪਣੇ ਜ਼ਿੰਮੇਦਾਰੀਆਂ ਨੂੰ ਬੱਚਾ ਸਾਂਭ ਰਿਹਾ ਆ, ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਰਿਹਾ, ਤਾਂ ਇੱਕ ਵਿਆਹ ਨੂੰ ਕੁੜੀਆਂ ਦੇ ਲਈ, ਮੋਸਟਲੀ ਕੁੜੀਆਂ ਦੇ ਲਈ ਇਹ ਨਾ ਸੋਚਿਆ ਜਾਵੇ ਕਿ ਇਹ ਵਿਆਹ ਕਿਉਂ ਨਹੀਂ ਕਰਾ ਰਹੀ। ਪਹਿਲਾਂ ਉਹਦੀਆਂ ਮਜਬੂਰੀਆਂ ਨੂੰ ਸੋਚਿਆ ਜਾਵੇ ਕਿ ਇਹਦੀਆਂ ਮਜਬੂਰੀਆਂ ਕੀ ਨੇ, ਇਹ ਕਿੱਦਾਂ ਸਰਵਾਈਵ ਕਰ ਰਹੀ ਹੈ। ਫਿਰ ਉਸ ਤੋਂ ਬਾਅਦ ਉਹਨੂੰ ਕੁਐਸਚਨ ਕੀਤਾ ਜਾਵੇ, ਕੁੜੀਆਂ ਨੂੰ ਸਮਝਿਆ ਜਾਵੇ ਕਿਉਂ ਇੱਕ ਵਿਆਹ ਹੀ ਜ਼ਰੀਆ ਨਹੀਂ ਹੈਗਾ।
ਵਿਆਹ ਤਾਂ ਆਪਾਂ ਕਦੋਂ ਵੀ ਕਰਵਾ ਸਕਦੇ ਹੈਗੇ ਆ, ਜਦੋਂ ਦਿਲ ਕਰੇ ਕਰਵਾ ਸਕਦੇ ਆ, ਪਰ ਇੱਕ ਜੇ ਆਪਾਂ ਸਹੁਰੇ ਘਰ ਦੀ ਜ਼ਿੰਮੇਵਾਰੀ ਸਾਂਭਣੀ ਆ ਤਾਂ ਉਹਦੇ ਨਾਲ ਨਾਲ ਸਾਨੂੰ ਸਾਡਾ ਜਿਹੜਾ ਪੇਕਾ ਘਰ ਆ ਉਹ ਵੀ ਸੰਭਾਲਣਾ ਪੈਣਾ, ਕਿਉਂਕਿ ਉਹ ਸਾਡਾ ਹੀ ਘਰ ਹੈ। ਤਾਂ ਸਮਾਜ ਨੂੰ ਤਾਂ ਇਹੀ ਹੈ ਵੀ ਕੁੜੀਆਂ ਦੇ ਪ੍ਰਤੀ, ਕੁੜੀਆਂ ਦੀ ਵਿਆਹ ਦੇ ਪ੍ਰਤੀ ਜਿਹੜੀ ਉਹਨਾਂ ਦੀ ਇਹ ਵਾਲੀ ਜਿਹੜੀ ਸੋਚ ਹੈ ਜਾਂ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਨ ਵਾਲੀ ਸੋਚ ਹੈ, ਉਹਨੂੰ ਚੇਂਜ ਕਰਨਾ ਚਾਹੀਦਾ ਆ। ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਰਮਨ ਨੇ, ਮੇਰੇ ਵਰਗੀਆਂ ਮੈਨੂੰ ਲੱਗਦਾ ਬਹੁਤ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਇੰਨਾ ਪ੍ਰੋਬਲਮਸ ਦਾ ਫੇਸ ਨਾ ਕਰਨਾ ਪਊਗਾ ਜੇ ਸਾਡਾ ਸਮਾਜ ਸਮਝ ਜਾਵੇ, ਉਹਨਾਂ ਦੀ ਫੀਲਿੰਗਸ ਨੂੰ ਸਮਝ ਜਾਵੇ। ਰਮਨ, ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਅਨੁਭਵ ਸਾਂਝੇ ਕੀਤੇ। ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਕੁਝ ਤੁਹਾਡੀ ਕਹਾਣੀ ਦੇ ਵਿੱਚੋਂ ਨਿਕਲ ਕੇ ਸਿੱਖਣ ਨੂੰ ਮਿਲੇਗਾ। ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਸਮਾਜ ਬਣਾਉਂਦੇ ਹਾਂ। ਇਹ ਦੁਨੀਆ ਬਹੁਤ ਖੂਬਸੂਰਤ ਹੈ, ਇਹਨੂੰ ਰਹਿਣ ਯੋਗ ਬਣਾਉਣਾ ਸਾਡੇ ਆਪਣੇ ਹੱਥ ਦੇ ਵਿੱਚ ਹੈ। ਸਾਡੀ ਜ਼ਰੂਰਤ ਤੋਂ ਜ਼ਿਆਦਾ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਜਿੱਥੇ ਸਾਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਸਕਦੀ ਹੈ, ਉੱਥੇ ਸਾਹਮਣੇ ਵਾਲਾ ਵੀ ਇਸ ਚੀਜ਼ ਤੋਂ ਕਈ ਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ। ਅਸੀਂ ਉਹਨੂੰ ਵੀ ਮਾਨਸਿਕ ਤੌਰ 'ਤੇ ਤੋੜ ਦਿੰਦੇ ਹਾਂ। ਇਸ ਲਈ ਅਸੀਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਅਸੀਂ ਇਸ ਸਮਾਜ ਨੂੰ ਸੋਹਣਾ ਬਣਾਉਣ ਦੇ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਵਾਂਗੇ ਤਾਂ ਕਿ ਇਸ ਦੁਨੀਆ ਨੂੰ ਖੂਬਸੂਰਤ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।